जबूर 101। मैं पढ़ दिया बस 921 पेज राजा दी प्रतिज्ञा। हे प्रभु, मैं तेरी महिमा दे गीत गावांगा, मैं तेरी दया अते न्याय दे गीत गावांगा। मैं तेरे राह ते चलांगा, तू कदों मेरे कोल आवेंगा। मैं अपने घर विच भला जीवन गुजारांगा, मैं व्यर्थ गल्लां ते ध्यान नहीं करांगा। मैं तेरे तो दूर होण वाले लोकां नूं घृणा करांगा, मैं उन्हां नाल कोई वास्ता नहीं रखांगा। मैं धोखेबाज मन नूं अपने अंदर थां नहीं देवांगा। मैं बुराई बारे सोचांगा भी नहीं। अपने मित्र दे विरुद्ध बुराई करन वाले मनुख नूं मैं नाश कर देवांगा। घमंडी अते जिद्दी मनुख नूं मैं नहीं सहन करांगा। देश दे विश्वास पात्रां ते मेरी किरपा दृष्टि होवे, ਉਹ ਮੇਰੇ ਨਾਲ ਰਹਿ ਸਕਣਗੇ। ਭਲੀ ਰਾਹ ਤੇ ਚੱਲਣ ਵਾਲੇ ਮਨੁੱਖ ਮੇਰੀ ਸੇਵਾ ਵਿੱਚ ਆ ਸਕਣਗੇ। ਧੋਖੇਬਾਜ਼ ਮਨੁੱਖ ਮੇਰੇ ਘਰ ਵਿੱਚ ਨਹੀਂ ਰਹਿ ਸਕੇਗਾ, ਨਾ ਹੀ ਝੂਠ ਬੋਲਣ ਵਾਲਾ ਮਨੁੱਖ ਮੇਰੇ ਸਾਹਮਣੇ ਠਹਿਰ ਸਕੇਗਾ। ਹਰ ਦਿਨ ਮੈਂ ਆਪਣੇ ਦੇਸ਼ ਵਿੱਚੋਂ ਦੁਸ਼ਟਾਂ ਨੂੰ ਨਾਸ਼ ਕਰਦਾ ਜਾਵਾਂਗਾ। ਮੈਂ ਪ੍ਰਭੂ ਦੇ ਸ਼ਹਿਰ ਵਿੱਚੋਂ ਸਭ ਬੁਰਿਆਂ ਲੋਕਾਂ ਨੂੰ ਬਾਹਰ ਕੱਢ ਦੇਵਾਂਗਾ। ਆਮੀਨ। ਸੋ ਅਸੀਂ ਦਾਊਦ ਦੀ ਜ਼ਿੰਦਗੀ ਦੇ ਵਿੱਚ ਉਸਦੀ ਜਿਹੜੀ ਜਿੱਦਾਂ ਉਸਦਾ ਰਾਜ ਸ਼ੁਰੂ ਹੋਇਆ, ਉਸ ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਜੋ ਉਸਨੇ ਕਹੀਆਂ ਉਸਨੂੰ ਕਰਦੇ ਹੋਏ ਦੇਖਾਂਗੇ। ਸੋ ਇਸ ਨੂੰ ਅਸੀਂ ਇਸ ਜ਼ਬੂਰ ਨੂੰ ਅਸੀਂ ਜਿਹੜਾ ਚੈਪਟਰ 2 ਆ, ਦੂਸਰਾ ਸੈਮੂਅਲ ਚੈਪਟਰ 2, ਉਸ ਦੇ ਉੱਤੇ ਅਸੀਂ ਲਿਖ ਸਕਦੇ ਹਾਂ। ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਇਸ ਜ਼ਬੂਰ ਨੂੰ ਉੱਥੇ ਲਿਖ ਦਿਓ। ਔਰ ਇਹ ਪ੍ਰਭੂ ਦੇ ਨਾਲ ਉਹ ਤੈਅ ਕਰਕੇ ਤੁਰਿਆ ਸੀ ਕਿ ਪ੍ਰਭੂ ਤੂੰ ਜੋ ਤੂੰ ਦਿੱਤਾ ਤੂੰ ਦਿੱਤਾ, ਮੈਨੂੰ ਕਿਸੇ ਨੇ ਕੀ ਦੇਣਾ ਸੀ। ਮੇਰੇ ਤਾਂ ਬਾਪ ਨੇ ਵੀ ਮੈਨੂੰ ਕੱਖ ਨਹੀਂ ਦਿੱਤਾ। ਉਹ ਵੀ ਕਹਿੰਦਾ ਸੀ ਕਿ ਬੱਕਰੀਆਂ ਚਾਰਨ ਜੋਗਾ, ਤੂੰ ਮੈਨੂੰ ਇੱਥੇ ਬਿਠਾਇਆ, ਤੂੰ ਇਹ ਸਭ ਕੁਛ ਕੀਤਾ। ਹੁਣ ਉਸਨੇ ਕਿਹਾ ਮੈਂ ਕੋਈ ਚੀਜ਼ ਕੋਈ ਵੀ ਕੰਮ ਘਟੀਆ ਤਰੀਕੇ ਦੇ ਨਾਲ ਨਹੀਂ ਕਰਾਂਗਾ, ਔਰ ਇਸ ਤਰ੍ਹਾਂ ਦੇ ਬੰਦਿਆਂ ਨੂੰ ਸਹਿਣ ਵੀ ਨਹੀਂ। ਸੋ ਆਓ ਅਸੀਂ ਦੂਸਰੇ ਸੈਮੂਅਲ ਦੇ ਵਿੱਚ ਹੁਣ ਚੱਲੀਏ। ਔਰ ਇੱਥੇ ਰਾਜਾ ਬਣਨ ਤੋਂ ਬਾਅਦ ਜਲਦੀ ਹੀ ਉਸਨੂੰ ਸਿਵਲ ਵਾਰ ਦਾ ਤੇ ਜਿਹੜੇ ਸੀ ਦੂਸਰੇ ਪਾਸੇ ਦੇ ਸਾਰਿਆਂ ਨੇ ਉਸਨੂੰ ਕਬੂਲ ਨਹੀਂ ਕੀਤਾ ਔਰ ਸਿਵਲ ਵਾਰ ਸ਼ੁਰੂ ਹੋ ਗਈ, ਜੋ ਦਾਊਦ ਨੂੰ ਜਿਹਦੇ ਵਿੱਚ ਦੀ ਗੁਜ਼ਰਨਾ ਪਿਆ। ਸੋ ਆਓ ਦੂਸਰਾ ਸੈਮੂਅਲ ਦੂਸਰਾ ਭਾਵ, ਦੂਸਰੇ ਸੈਮੂਅਲ ਦਾ ਦੂਸਰਾ ਭਾਵ ਔਰ ਉਸਦੀ 1 ਤੋਂ ਲੈ ਕੇ 7 ਆਇਤ ਤੱਕ ਪਹਿਲਾਂ ਦੇਖਾਂਗੇ। ਮੈਂ ਪੜ੍ਹਦੇ ਹਾਂ ਪਾਸਟਰ ਜੀ। ਸਾਰਿਆਂ ਨੂੰ ਜੈ ਮਸੀਹ ਦੀ। ਪਹਿਲਾਂ ਤਾਂ ਸਫਾ ਹੈਗਾ 446। ਦਾਊਦ ਦਾ ਯਹੂਦਾ ਦਾ ਰਾਜੇ ਬਣਾਏ ਜਾਣਾ। ਇਸ ਦੇ ਪਿੱਛੋਂ ਦਾਊਦ ਨੇ ਪ੍ਰਭੂ ਤੋਂ ਪੁੱਛਿਆ ਕਿ ਮੈਂ ਜਾ ਕੇ ਯਹੂਦਾ ਦੇ ਕਿਸੇ ਸ਼ਹਿਰ ਉੱਤੇ ਅਧਿਕਾਰ ਕਰਾਂ। ਪ੍ਰਭੂ ਨੇ ਉੱਤਰ ਦਿੱਤਾ, ਹਾਂ ਜਾ। ਕਿਸ ਸ਼ਹਿਰ ਉੱਤੇ? ਦਾਊਦ ਨੇ ਫਿਰ ਪੁੱਛਿਆ। ਪ੍ਰਭੂ ਨੇ ਉੱਤਰ ਦਿੱਤਾ, ਹਬਰੋਨ ਉੱਤੇ। ਇਸ ਲਈ ਦਾਊਦ ਹਬਰੋਨ ਨੂੰ ਚਲਾ ਗਿਆ। ਉਸ ਦੇ ਨਾਲ ਉਸ ਦੀਆਂ ਦੋਵੇਂ ਪਤਨੀਆਂ ਅਹੀਨੋਮ ਜੋ ਯਿਜ਼ਰੇਲ ਦੀ ਰਹਿਣ ਵਾਲੀ ਸੀ ਅਤੇ ਅਬੀਗੈਲ ਜੋ ਕਰਮਲ ਦੀ ਰਹਿਣ ਵਾਲੀ ਸੀ ਵੀ ਗਈਆਂ। ਤਦ ਦਾਊਦ ਆਪਣੇ ਆਦਮੀਆਂ ਨੂੰ ਵੀ ਉਹਨਾਂ ਦੇ ਟੱਬਰਾਂ ਸਮੇਤ ਹਬਰੋਨ ਵਿੱਚ ਲੈ ਗਿਆ, ਜੋ ਉੱਥੇ ਜਾ ਕੇ ਵਸ ਗਏ। ਤਦ ਯਹੂਦਾ ਦੇ ਲੋਕਾਂ ਨੇ ਆ ਕੇ ਦਾਊਦ ਦਾ ਆਪਣੇ ਦੇਸ਼ ਦਾ ਰਾਜਾ ਹੋਣ ਦੇ ਲਈ ਅਭਿਸ਼ੇਕ ਕੀਤਾ। ਜਦੋਂ ਦਾਊਦ ਨੂੰ ਇਹ ਖਬਰ ਮਿਲੀ ਕਿ ਗਿਲਾਦ ਇਲਾਕੇ ਦੇ ਯਬੇਸ਼ ਨਗਰ ਦੇ ਲੋਕਾਂ ਨੇ ਸ਼ਾਉਲ ਦਾ ਅੰਤਮ ਸੰਸਕਾਰ ਕੀਤਾ ਹੈ, ਤਾਂ ਉਸਨੇ ਇਹ ਸੰਦੇਸ਼ ਦੇ ਕੇ ਯਬੇਸ਼ ਨਿਵਾਸੀਆਂ ਕੋਲੋਂ ਆਪਣੇ ਸੰਦੇਸ਼ਵਾਹਕ ਘੱਲੇ, ਪ੍ਰਭੂ ਤੁਹਾਨੂੰ ਅਸੀਸ ਨਾਲ ਮਾਲਾਮਾਲ ਕਰ ਰਹੇ ਕਿਉਂਕਿ ਤੁਸੀਂ ਆਪਣੇ ਰਾਜਾ ਸ਼ਾਉਲ ਨਾਲ ਅੰਤਮ ਸਮੇਂ ਤੱਕ ਵਫਾਦਾਰੀ ਦਿਖਾਈ ਹੈ ਤੇ ਉਸ ਦਾ ਅੰਤਮ ਸੰਸਕਾਰ ਕੀਤਾ। ਪ੍ਰਭੂ ਤੁਹਾਡੇ ਉੱਤੇ ਦਇਆ ਕਰੇ ਅਤੇ ਮੈਂ ਵੀ ਤੁਹਾਡੇ ਨਾਲ ਤੁਹਾਡੇ ਕੀਤੇ ਕਾਰਨ ਭਲਾਈ ਕਰਾਂਗਾ। ਤੁਸੀਂ ਹੁਣ ਤਕੜੇ ਹੋਵੋ ਅਤੇ ਦਲੇਰ ਬਣੋ। ਸ਼ਾਉਲ ਤੁਹਾਡਾ ਰਾਜਾ ਮਰ ਗਿਆ ਹੈ ਅਤੇ ਯਹੂਦਾ ਦੇ ਲੋਕਾਂ ਨੇ ਮੇਰਾ ਆਪਣੇ ਰਾਜਾ ਹੋਣ ਦੇ ਲਈ ਅਭਿਸ਼ੇਕ ਕੀਤਾ ਹੈ। ਪੜੇ ਸੁਣੇ ਨਿਸ਼ਾਨ ਤੇ ਸ਼ੀਸ਼ ਬਰਕਤ ਮਿਲੇ ਸਾਰਿਆਂ ਨੂੰ। ਦਾਊਦ ਦੇ ਕੋਲ ਇਨਫ ਲੋਕ ਆ
ਔਰ ਜਿਹੜੇ ਅਗਰ ਦੇਖੀਏ ਤਾਂ ਸਾਊਲ ਦੀ ਜਿਹੜੀ ਆਰਮੀ ਆ ਉਹਦੇ ਬਹੁਤੇ ਜਨਰਲ ਤਾਂ ਦਾਊਦ ਦੇ ਨਾਲ ਆਲਰੇਡੀ ਆ ਕੇ ਰਲ ਗਏ ਉਹ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਗਾਦ ਦੇ ਕਬੀਲੇ ਦੇ ਵੀ ਲੋਕ ਜਿਹੜੇ ਆ ਗਏ ਆ, ਉਹ ਜਿਹੜੇ 100 ਦੇ ਉੱਤੇ ਇੱਕ ਸੀਗਾ, 1000 ਦੇ ਉੱਤੇ ਇੱਕ ਜਿਹੜਾ ਸੀਗਾ ਉਹ ਵੀ ਆ ਗਏ। ਅਗਰ ਉਹ ਚਾਹੁੰਦਾ ਤੇ ਉਹ ਸਾਊਲ ਦੇ ਗਲਿਆਦ ਇਲਾਕੇ ਦੇ ਵਿੱਚ ਜਿੱਥੇ ਸਾਊਲ ਦੀ ਰਾਜਧਾਨੀ ਸੀ ਉੱਥੇ ਜਾ ਕੇ ਉਹਨਾਂ ਨੂੰ ਕ੍ਰਸ਼ ਕਰ ਸਕਦਾ ਸੀ ਔਰ ਉੱਥੇ ਉਹਨਾਂ ਦੇ ਉੱਤੇ ਫਤਿਹ ਪਾ ਸਕਦਾ ਸੀ ਔਰ ਆਪਣਾ ਰਾਜਾ ਹੋਣ ਦਾ ਅਧਿਕਾਰ ਦਿਖਾ ਸਕਦਾ ਸੀ, ਲੇਕਿਨ ਉਸਨੇ ਏਦਾਂ ਨਹੀਂ ਕੀਤਾ। ਕਿਉਂਕਿ ਜੇ ਦਾਊਦ ਦੇ ਕਬੀਲੇ ਦਾ ਹੀ ਉਹ ਰਾਜਾ ਬਣ ਗਿਆ, ਉਹਦੇ ਲਈ ਤਾਂ ਇੰਨਾ ਹੀ ਵਿਚਾਰੇ ਲਈ ਬਹੁਤ ਆ, ਸ਼ੁਰੂਆਤ ਤਾਂ ਇੰਨੀ ਬਹੁਤ ਆ। ਕਿਉਂਕਿ ਉਹਦੇ ਬਾਪ ਨੇ ਤਾਂ ਅੱਗੇ ਵੀ ਨਹੀਂ ਲਿਆਂਦਾ ਸੀ ਸੈਮੂਅਲ ਦੇ ਕੋਲ ਕਿ ਮੇਰਾ ਇੱਕ ਪੁੱਤਰ ਹੋਰ ਵੀ ਹੈ। ਅਗਰ ਉਹ ਘਰ ਦਾ ਹੀ ਚੌਧਰੀ ਬਣ ਜਾਂਦਾ ਉਨਾ ਹੀ ਬਹੁਤ ਸੀਗਾ, ਲੇਕਿਨ ਆਪਣੇ ਸਾਰੇ ਕਬੀਲੇ ਦਾ ਪ੍ਰਭੂ ਨੇ ਉਸ ਦੀ ਜਿਹੜੀ ਸ਼ੁਰੂਆਤ ਕੀਤੀ ਆ ਹੈਬਰੋਨ ਚੋਂ ਕੀਤੀ ਆ, ਉਸਨੂੰ ਆਪਣੇ ਕਬੀਲੇ ਦਾ ਉਸਨੇ ਰਾਜਾ ਬਣਾਇਆ। ਔਰ ਜਿਸ ਵੇਲੇ ਉਸਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਗਲਿਆਦ ਦੇ ਲੋਕਾਂ ਨੇ ਜਾ ਕੇ ਸਾਊਲ ਦਾ ਸਰੀਰ ਲਿਆਂਦਾ ਔਰ ਉਹਦਾ ਅੰਤਮ ਸੰਸਕਾਰ ਕੀਤਾ, ਤਾਂ ਉਸਨੇ ਉਹਨਾਂ ਨੂੰ ਬਰਕਤ ਦਿੱਤੀ ਔਰ ਕਹਿੰਦਾ ਇਸ ਦੇ ਕਰਕੇ ਮੈਂ ਹਮੇਸ਼ਾ ਤੁਹਾਡੇ ਨਾਲ ਖੜਾ ਰਹੂੰਗਾ, ਹਮੇਸ਼ਾ ਤੁਹਾਨੂੰ ਬਰਕਤ ਦਊਂਗਾ। ਇੱਕ ਚਰਵਾਹਾ ਰਾਜਾ ਜਿਸ ਦੀ ਅਸੀਂ ਸ਼ੁਰੂਆਤ ਦੇਖਦੇ ਪਏ ਹਾਂ, ਕਿਸ ਤਰ੍ਹਾਂ ਉਹ ਆਪਣਿਆਂ ਲੋਕਾਂ ਨੂੰ, ਹਾਲੇ ਬੇਸ਼ੱਕ ਉਹਨਾਂ ਨੇ ਆ ਕੇ ਉਹਨੂੰ ਰਾਜਾ ਨਹੀਂ ਮੰਨਿਆ, ਪਰ ਉਹ ਕਿਸ ਤਰ੍ਹਾਂ ਉਹਨਾਂ ਨੂੰ ਪਿਆਰ ਔਰ ਦਇਆ ਦੇ ਨਾਲ ਉਹਨਾਂ ਦੇ ਵਿੱਚ ਵਿਚਰਦਾ ਪਿਆ। ਲੇਕਿਨ ਮੁਸੀਬਤ ਇਹ ਹੈ ਕਿ ਹੁਣ ਦੂਸਰੇ ਪਾਸੇ ਦੇ ਜਿਹੜੇ ਸਾਊਲ ਦੇ ਆ ਉਹ ਜਿਹੜੇ ਉਹਦੇ ਚੇਲੇ ਭੁੱਪੇ ਆ, ਜਿਹੜੇ ਹਾਈ ਪੋਜੀਸ਼ਨਾਂ ਤੇ ਬੈਠੇ ਹੋ ਸੀਗੇ, ਉਹਨਾਂ ਨੂੰ ਉਹ ਪੋਜੀਸ਼ਨਾਂ ਛੱਡਣੀਆਂ ਬਹੁਤ ਮੁਸ਼ਕਲ ਆ। ਸੋ ਉਹਨਾਂ ਨੇ ਹੁਣ ਇੱਕ ਨਵਾਂ ਕੰਮ ਕੀਤਾ। ਸੋ ਆਓ ਅਸੀਂ 8 ਤੋਂ ਲੈ ਕੇ let's do that, 8 ਤੋਂ ਲੈ ਕੇ 10 ਤੱਕ 11 ਤੱਕ ਪਹਿਲਾਂ ਪੜ੍ਹਦੇ ਹਾਂ। ਈਸ਼-ਬੋਸ਼ਤ ਦਾ ਇਸਰਾਇਲ ਦਾ ਰਾਜਾ ਥਾਪੇ ਜਾਣਾ। ਸਾਊਲ ਦਾ ਸੈਨਾਪਤੀ ਨੇਰ ਦਾ ਪੁੱਤਰ ਅਬਨੇਰ ਸਾਊਲ ਦੇ ਪੁੱਤਰ ਈਸ਼-ਬੋਸ਼ਤ ਨੂੰ ਲੈ ਕੇ ਮਹਿਨਾਇਮ ਨਗਰ ਵਿੱਚ ਚਲਾ ਗਿਆ। ਉੱਥੇ ਅਬਨੇਰ ਨੇ ਈਸ਼-ਬੋਸ਼ਤ ਨੂੰ ਗਿਲਿਆਦ, ਅਸ਼ੂਰ, ਜਿਜ਼ਰਾਇਲ, ਇਫਰਾਇਮ, ਬਿਨਯਾਮੀਨ ਅਰਥਾਤ ਸਾਰੇ ਇਸਰਾਇਲ ਦਾ ਰਾਜਾ ਘੋਸ਼ਿਤ ਕਰ ਦਿੱਤਾ। ਈਸ਼-ਬੋਸ਼ਤ ਦੀ ਉਮਰ ਉਸ ਸਮੇਂ 40 ਸਾਲ ਸੀ ਅਤੇ ਉਸਨੇ 2 ਸਾਲਾਂ ਤੱਕ ਇਸਰਾਇਲ ਉੱਤੇ ਰਾਜ ਕੀਤਾ। ਪਰ ਯਹੂਦਾ ਦਾ ਕਬੀਲਾ ਦਾਊਦ ਦਾ ਵਫਾਦਾਰ ਸੀ ਅਤੇ ਉਸਨੇ ਹਬਰੋਨ ਵਿੱਚ ਯਹੂਦਾ ਤੇ 7 ਸਾਲ ਰਾਜ ਕੀਤਾ। 7 ਸਾਲ ਤੱਕ ਉਸਨੇ ਕੁਛ ਨਹੀਂ ਕਿਹਾ। ਉਹਨਾਂ 7 ਸਾਲ ਤੱਕ ਉਹਨਾਂ ਤੇ ਕੋਈ ਉਸਨੇ ਹੱਥ ਨਹੀਂ ਚੱਕਿਆ। ਔਰ ਜਿਹੜਾ ਅਸੀਂ ਦੇਖਿਆ ਅਬਨੇਰ ਨੂੰ ਤਾਂ ਆਪਣਾ ਗੁੱਸਾ ਸੀਗਾ। ਅਬਨੇਰ ਦਾ ਜਿਹੜਾ ਗੁੱਸਾ ਸੀ ਉਹ ਇਹ ਸੀ ਕਿ ਜਿਸ ਵੇਲੇ ਦਾਊਦ ਨੇ ਸਾਊਲ ਦਾ ਹਥਿਆਰ ਚੁੱਕ ਲਏ ਸੀਗੇ ਤੇ ਉਹਦਾ ਪਾਣੀ ਦਾ ਘੜਾ ਚੁੱਕ ਲਿਆ ਸੀ, ਤਾਂ ਉਸਨੇ ਰਾਜਾ ਨੂੰ ਆਵਾਜ਼ ਨਹੀਂ ਸੀ ਮਾਰੀ, ਉਹਨੇ ਅਬਨੇਰ ਨੂੰ ਆਵਾਜ਼ ਮਾਰੀ ਸੀ ਕਿ ਤੂੰ ਕੀ ਕਰਦਾ ਪਿਆ, ਤੂੰ ਆਪਣੇ ਰਾਜਾ ਦੀ ਸੰਭਾਲ ਵੀ ਨਹੀਂ ਕਰ ਸਕਦਾ, ਤੂੰ ਰਾਤ ਤੇ ਉਹਦੇ ਤੇ ਪਹਿਰਾ ਵੀ ਨਹੀਂ ਕੋਈ ਦੇ ਸਕਦਾ, ਤੁਸੀਂ ਸਾਰੇ ਸੁੱਤੇ ਪਏ ਔਰ ਤੁਸੀਂ ਮੇਰੇ ਨਾਲ ਲੜਾਈ ਕਰਨ ਆਏ ਆ ਔਰ ਮੈਂ ਚਾਹੁੰਦਾ ਤਾਂ ਉਸਨੂੰ ਮਾਰ ਸਕਦਾ ਸੀ। ਉਹਦੇ ਦਿਲ ਦੇ ਵਿੱਚ ਉਹ ਰੜਕ, ਆਪਣੀ ਉਹ ਰੜਕ ਹੁਣ ਕੱਢਦਾ ਪਿਆ। ਸੋ ਉਸਨੇ ਜਿਹੜਾ ਉਸਦਾ ਇੱਕ ਪੁੱਤਰ ਈਸ਼-ਬੋਸ਼ਤ ਸੀਗਾ ਜਿਸਨੂੰ ਲੈ ਕੇ ਉਸਨੇ ਉਹਨੂੰ ਰਾਜਾ ਬਣਾਤਾ। ਬੇਸਿਕਲੀ ਰਾਜ ਉਹ ਆਪ ਕਰਦਾ ਪਿਆ, ਰਾਜ ਜਿਹੜਾ ਕਰਦਾ ਪਿਆ ਉਹ ਅਬਨੇਰ ਆਪ ਕਰਦਾ ਪਿਆ, ਨਾ ਕਿ ਉਹਦਾ ਸਾਊਲ ਦਾ ਚੌਥਾ ਪੁੱਤਰ। ਸੋ ਉੱਥੋਂ ਉਸਨੇ ਹੁਣ ਇੱਕ ਨਵੀਂ ਚੀਜ਼ ਕਰਨੀ ਹੈ। ਸੋ ਆਓ ਅਸੀਂ 12 ਆਇਤ ਤੋਂ ਲੈ ਕੇ ਇਸ ਚੈਪਟਰ ਦੀ 23 ਆਇਤ ਤੱਕ ਮੈਂ ਪੜ੍ਹ ਦਿੰਦੀ ਹਾਂ।
ਹਾਂਜੀ ਗੁਰ ਜੀ ਇਜ਼ਰਾਈਲ ਤੇ ਯਹੂਦਾ ਵਿਚਕਾਰ ਲੜਾਈ। ਈਸ਼ ਬੋਸ਼ਵ ਦੇਸ਼ ਦੇ ਅਧਿਕਾਰੀ ਅਤੇ ਨੇਰ ਦਾ ਪੁੱਤਰ ਅਬਨੇਰ ਮਹਾਨਾਇਕ ਤੋਂ ਚੱਲ ਕੇ ਗਬਿਓਨ ਵਿੱਚ ਆਏ। ਦੂਜੇ ਪਾਸੇ ਦਾਊਦ ਦੇ ਅਧਿਕਾਰੀ ਅਤੇ ਸਰੂਯਾ ਦਾ ਪੁੱਤਰ ਜੋਆਬ ਵੀ ਗਬਿਓਨ ਵਿੱਚ ਆਏ। ਦੋਵੇਂ ਦਲ ਉੱਥੇ ਇੱਕ ਤਲਾਅ ਦੇ ਦੋਹਾਂ ਕੰਢਿਆਂ ਉੱਤੇ ਬੈਠ ਗਏ, ਇੱਕ ਦਲ ਇੱਕ ਕੰਢੇ ਉੱਤੇ ਤੇ ਦੂਜਾ ਦਲ ਦੂਜੇ ਕੰਢੇ ਉੱਤੇ। ਤਦ ਅਬਨੇਰ ਨੇ ਜੋਆਬ ਨੂੰ ਕਿਹਾ, ਦੋਹਾਂ ਦਲਾਂ ਵਿੱਚ ਕੁਝ ਚੁਣੇ ਹੋਏ ਜਵਾਨ ਨਿਕਲ ਕੇ ਸਾਡੇ ਸਾਹਮਣੇ ਲੜਨ ਤਾਂ ਅਸੀਂ ਦੇਖੀਏ ਕੌਣ ਜਿੱਤਦਾ ਹਾਰਦਾ ਹੈ। ਜੋਆਬ ਨੇ ਉੱਤਰ ਦਿੱਤਾ, ਠੀਕ ਹੈ। ਸੋ ਈਸ਼ ਬੋਸ਼ਵ ਦੇ 12 ਆਦਮੀ ਜੋ ਬਿਨਯਾਮੀਨ ਦੇ ਕਬੀਲੇ ਦੇ ਸਨ ਅੱਗੇ ਆਏ ਤੇ 12 ਹੀ ਦਾਊਦ ਦੇ ਦਲ ਦੇ। ਫਿਰ ਉਹਨਾਂ 24 ਆਦਮੀਆਂ ਨੇ ਇੱਕ ਦੂਜੇ ਨੂੰ ਸਿਰਾਂ ਤੋਂ ਫੜਿਆ ਅਤੇ ਇੱਕ ਦੂਜੇ ਦੀ ਵੱਖੀ ਵਿੱਚ ਆਪਣੀ ਆਪਣੀ ਕਟਾਰ ਖੋਭ ਦਿੱਤੀ। ਸੋ ਉਹ 24 ਦੇ 24 ਧਰਤੀ ਉੱਤੇ ਡਿੱਗ ਪਏ ਤੇ ਮਰ ਗਏ। ਇਸ ਕਾਰਨ ਗਬਿਓਤ ਦੀ ਉਸ ਥਾਂ ਦਾ ਨਾਂ ਤਲਵਾਰਾਂ ਦਾ ਖੇਤ ਪੈ ਗਿਆ। ਤਦ ਉਸ ਦਿਨ ਦੋਹਾਂ ਦਲਾਂ ਦੇ ਵਿੱਚ ਘੋਰ ਯੁੱਧ ਛਿੜ ਪਿਆ ਅਤੇ ਅਬਨੇਰ ਤੇ ਇਜ਼ਰਾਈਲੀ ਲੋਕ ਦਾਊਦ ਦੇ ਆਦਮੀਆਂ ਸਾਹਮਣੇ ਹਾਰ ਗਏ। ਸਰੂਯਾ ਦੇ 3 ਪੁੱਤਰ ਸਨ, ਯੋਆਬ, ਅਬੀਸ਼ਈ ਅਤੇ ਅਸਾਹੇਲ। ਤੇ ਅਸਾਹੇਲ ਹਿਰਨ ਤੋਂ ਵੀ ਤੇਜ਼ ਦੌੜ ਸਕਦਾ ਸੀ ਅਤੇ ਅਸਾਹੇਲ ਨੱਕ ਦੀ ਸਿਰ ਦੇ ਅਬਨੇਰ ਦੇ ਪਿੱਛੇ ਦੌੜਨ ਲੱਗਾ। ਤਦ ਅਬਨੇਰ ਨੇ ਪਿੱਛੇ ਮੁੜ ਅਸਾਹੇਲ ਵੱਲ ਦੇਖਿਆ ਤੇ ਕਿਹਾ, ਕੀ ਤੂੰ ਅਸਾਹੇਲ ਮੇਰਾ ਪਿੱਛਾ ਕਰ ਰਿਹਾ ਹੈ? ਹਾਂ, ਇਹ ਮੈਂ ਅਸਾਹੇਲ ਹੀ ਹਾਂ, ਉਸਨੇ ਉੱਤਰ ਦਿੱਤਾ। ਅਬਨੇਰ ਨੇ ਅਸਾਹੇਲ ਨੂੰ ਕਿਹਾ, ਤੂੰ ਮੇਰਾ ਪਿੱਛਾ ਕਰਨਾ ਛੱਡ ਦੇ ਅਤੇ ਕਿਸੇ ਫੌਜੀ ਜਵਾਨ ਦਾ ਪਿੱਛਾ ਕਰਕੇ ਉਸ ਕੋਲ ਜੋ ਹੈ ਖੋਹ ਲੈ। ਪਰ ਅਸਾਹੇਲ ਉਸੇ ਦਾ ਪਿੱਛਾ ਕਰਦਾ ਰਿਹਾ। ਸੋ ਅਬਨੇਰ ਨੇ ਫਿਰ ਉਸਨੂੰ ਕਿਹਾ, ਤੂੰ ਮੇਰੇ ਪਿੱਛੇ ਨਾ ਆ, ਤੂੰ ਮੈਨੂੰ ਕਿਉਂ ਮਜਬੂਰ ਕਰ ਰਿਹਾ ਹੈ ਕਿ ਮੈਂ ਤੇਰਾ ਕਤਲ ਕਰਾਂ? ਮੈਂ ਤੇਰਾ ਭਰਾ ਯੋਆਬ ਨੂੰ ਕਿਸ ਤਰ੍ਹਾਂ ਮੂੰਹ ਦਿਖਾਵਾਂਗਾ? ਪਰ ਅਸਾਹੇਲ ਨੇ ਉਸਨੂੰ ਕਿਹਾ ਨਾ ਮੰਨਿਆ। ਤਦ ਅਬਨੇਰ ਨੇ ਪਿਛਾਂਹ ਮੁੜ ਕੇ ਆਪਣੇ ਨੇਜੇ ਦਾ ਛਲ ਅਸਾਹੇਲ ਦੇ ਢਿੱਡ ਵਿੱਚ ਖੋਭ ਦਿੱਤਾ, ਜੋ ਸਿੱਧਾ ਉਸਦੇ ਸਰੀਰ ਦੇ ਆਰ ਪਾਰ ਨਿਕਲ ਗਿਆ। ਅਸਾਹੇਲ ਉੱਥੇ ਹੀ ਡਿੱਗ ਕੇ ਮਰ ਗਿਆ। ਪਿੱਛੋਂ ਜੋ ਕੋਈ ਉੱਥੇ ਆਉਂਦਾ ਸੀ ਅਸਾਹੇਲ ਦੀ ਲਾਸ਼ ਕੋਲ ਚੁੱਪਚਾਪ ਖੜਾ ਹੋ ਜਾਂਦਾ ਸੀ। ਆਮੀਨ। ਸੋ ਅਸੀਂ ਇੱਥੇ ਇਹ ਦੇਖਦੇ ਪਏ ਕਿ ਕਿਸ ਤਰ੍ਹਾਂ ਹੁਣ ਉਹਨਾਂ ਦੇ ਵਿੱਚ ਜੰਗ ਛਿੜ ਗਈ। ਜੋਆਬ ਜਿਹੜਾ ਸੀਗਾ ਇਹ ਐਕਚੁਅਲੀ ਦਾਊਦ ਦਾ ਮਾਮਾ ਸੀਗਾ। ਜਿਹੜੀ ਉਸਦੀ ਮਾਂ ਸੀਗੀ, ਉਸਦਾ ਨਾਂ ਜਿਹੜਾ ਸੀਗਾ ਨਤਜੀਵਤ ਸੀਗਾ। ਔਰ ਉਹ ਜਿਹੜੀ ਸੀ ਆਪਣੇ ਪਰਿਵਾਰ ਦੇ ਵਿੱਚ ਬੇਸਿਕਲੀ ਜਿਸ ਤਰ੍ਹਾਂ ਸਭ ਤੋਂ ਛੋਟੀ ਸੀ ਉਮਰ ਦੀ। ਔਰ ਇੱਕ ਉਹਦਾ ਭਰਾ ਸੀਗਾ ਜਿਹੜਾ ਉਹ ਤੋਂ ਵੀ ਛੋਟਾ ਸੀਗਾ। ਔਰ ਉਹ ਆਪਣੇ ਪਰਿਵਾਰ 'ਚ ਸਭ ਤੋਂ ਵੱਡੀ ਸੀ ਤੇ ਇਸ ਆਪਣੇ ਪਰਿਵਾਰ 'ਚ ਸਭ ਤੋਂ ਛੋਟਾ ਸੀ ਤੇ 2 ਭਰਾ ਇਹਦੇ ਨਾਲ ਹੋਰ ਵੀ। ਸੋ ਇਹ ਜਿਹੜਾ ਜੋਆਬ ਆ ਇਹ ਐਕਚੁਅਲੀ ਰਿਸ਼ਤੇਦਾਰ ਆ ਦਾਊਦ ਦਾ। ਸੋ ਉਹਦੇ ਕਰਕੇ ਦਾਊਦ ਨੇ ਇਹਨੂੰ ਆਪਣੇ ਬੜਾ ਨਜ਼ਦੀਕ ਰੱਖਿਆ ਹੈ। ਲੇਕਿਨ ਅੱਗੇ ਅਸੀਂ ਜਿਹੜੀਆਂ ਚੀਜ਼ਾਂ ਦੇਖਣੀਆਂ ਕਿਸ ਤਰ੍ਹਾਂ ਉਹਨਾਂ ਨੇ ਉਹਦਾ ਇੱਕ ਭਰਾ ਮਾਰ ਦਿੱਤਾ ਜੋਆਬ ਦਾ, ਔਰ ਉਸਨੂੰ ਇਸ ਚੀਜ਼ ਦਾ ਬਹੁਤ ਗੁੱਸਾ ਹੈ। ਔਰ ਇਹ ਲਗਾਤਾਰ ਇਹ ਚੀਜ਼ਾਂ ਫਿਰ ਚੱਲਦੀਆਂ ਰਹੀਆਂ। ਹੁਣ ਅਸੀਂ ਆਓ ਚੈਪਟਰ 3 ਦੇ ਵਿੱਚ ਚੱਲੀਏ। ਅੱਗੇ ਸਿਰਫ ਉਹਨਾਂ ਨੇ ਇਹ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਉਸਦਾ ਪਿੱਛਾ ਕੀਤਾ ਲੇਕਿਨ ਬਚ ਕੇ ਨਿਕਲ ਗਿਆ। ਸੋ ਆਓ ਅਸੀਂ ਹੁਣ 3 ਚੈਪਟਰ ਦੇ ਵਿੱਚ ਜਾਂਦੇ ਹਾਂ। ਔਰ ਇਸ ਦੇ ਵਿੱਚ ਅਸੀਂ ਕੋਈ ਜਾਣਾ ਇੱਥੇ ਸਭ ਤੋਂ ਪਹਿਲਾਂ ਸਾਨੂੰ ਦਾਊਦ ਦਾ ਘਰਾਣਾ ਦੱਸਿਆ ਗਿਆ, ਉਹਦੇ ਬੱਚੇ ਜਿਸ ਤਰ੍ਹਾਂ ਹੋਣੇ ਸ਼ੁਰੂ ਹੋ ਗਏ ਹੁਣ ਉਹ ਦੱਸੇ ਗਏ ਆ। ਸੋ ਪਹਿਲੀਆਂ 5 ਆਇਤਾਂ। ਚੈਪਟਰ 3 ਦੀਆਂ ਪਹਿਲੀਆਂ 5 ਪਾਸਟਰ ਜੀ। ਹਾਂਜੀ, ਅੱਗੇ ਵੀ ਤੁਸੀਂ ਪੜ੍ਹਨੀ। ਠੀਕ। ਇਸ ਦੇ ਪਿੱਛੋਂ ਦਾਊਦ ਅਤੇ ਸਾਊਲ ਦੇ ਟੱਬਰਾਂ ਵਿੱਚ ਬਹੁਤ ਲੰਮੇ ਸਮੇਂ ਤੱਕ ਯੁੱਧ ਹੁੰਦਾ ਰਿਹਾ, ਪਰ ਦਾਊਦ ਦਾ ਟੱਬਰ ਹਰ ਦਿਨ ਤਕੜਾ ਹੁੰਦਾ ਗਿਆ ਅਤੇ ਸਾਊਲ ਦਾ ਮਾੜਾ। ਦਾਊਦ ਦੇ ਪੁੱਤਰ। ਹਬਰੋਨ ਦੇ ਵਿੱਚ ਦਾਊਦ ਦੇ ਘਰ ਉਸ ਦੀਆਂ ਵੱਖ-ਵੱਖ ਪਤਨੀਆਂ ਤੋਂ ਉਸਦੇ ਇਹਨਾਂ ਪੁੱਤਰਾਂ ਨੇ ਜਨਮ ਲਿਆ। ਅਮਨੇਨ ਜਿਸ ਦੀ ਮਾਂ ਜਜਰੇਲ ਦੀ ਰਹਿਣ ਵਾਲੀ ਅਹੀਨੋਮ ਸੀ, ਕਿਲਿਆਬ ਜਿਸ ਦੀ ਮਾਂ ਅਬੀਗੇਲ ਸੀ ਜੋ ਕਰਮਲ ਨਿਵਾਸੀ ਨਬਾਲ ਦੀ ਵਿਧਵਾ ਸੀ, ਅਬਸ਼ਲੋਮ ਜਿਸ ਦੀ ਮਾਂ ਗਸੂਰ ਦੇ ਰਾਜੇ ਤਲਮਈ ਦੀ ਧੀ ਮਕਾ ਸੀ, ਅਦੋਨੀਆ ਜਿਸ ਦੀ ਮਾਂ ਹੋਰੀਤ ਸੀ, ਯਫਾਟਸ਼ਾ ਜਿਸ ਦੀ ਮਾਂ ਅਬੀਟਾਲ ਸੀ ਅਤੇ ਯਿਬਰਾਮ ਜਿਸ ਦੀ ਮਾਂ ਅਗਲਾ ਸੀ। ਸੋ ਇਹ ਸਭ ਹਬਰੋਨ ਨਗਰ ਵਿੱਚ ਜੰਮੇ ਸਨ। ਸੋ
ਇਸ ਤਰ੍ਹਾਂ ਅਸੀਂ ਹੁਣ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਾਊਦ ਦਾ ਘਰਾਨਾ ਵੀ ਹੁਣ ਸ਼ੁਰੂ ਹੋ ਗਿਆ, ਉਸਦੇ ਬੱਚੇ ਪੈਦਾ ਹੋਣੇ ਸ਼ੁਰੂ ਹੋ ਗਏ, ਰਾਜਕੁਮਾਰ ਆਉਣੇ ਸ਼ੁਰੂ ਹੋ ਗਏ। ਇਹ ਸਾਰੇ ਉਸਦੇ ਜਿਹੜੇ ਵੱਡੇ ਬੱਚੇ ਆ, ਇਹ ਉਹਨਾਂ ਦੀ ਸਾਨੂੰ ਲਿਸਟ ਦੇਣੀ ਸ਼ੁਰੂ ਹੋ ਗਈ। ਪ੍ਰਭੂ ਨੇ ਉਸਦਾ ਘਰਾਨਾ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ। ਔਰ ਦੂਸਰੀ ਸਾਨੂੰ ਜਿਹੜੀ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਲਗਾਤਾਰ ਜਿਹੜੀ ਸਿਵਲ ਵਾਰ ਆ ਉਹ ਲਗਾਤਾਰ ਚੱਲਦੀ ਪਈ ਇਜ਼ਰਾਈਲ ਦੇ ਵਿੱਚ। ਔਰ ਲੇਕਿਨ ਦਿਨ ਬ ਦਿਨ ਉਧਰੋਂ ਲੋਕ ਉਹਨਾਂ ਨੂੰ ਛੱਡ ਕੇ ਦਾਊਦ ਦੇ ਨਾਲ ਆ ਕੇ ਲਗਾਤਾਰ ਮਿਲਦੇ ਜਾ ਰਹੇ ਆ। ਔਰ ਉਹਦੇ ਨਾਲ ਜਿਸ ਤਰ੍ਹਾਂ ਕਿ ਦਾਊਦ ਜਿਹੜਾ ਦਿਨ ਬ ਦਿਨ ਤਕੜਾ ਹੁੰਦਾ ਜਾ ਰਿਹਾ, ਲੇਕਿਨ ਉਹ ਦੂਸਰੇ ਪਾਸੇ ਅਬਨੇਰ ਤੇ ਜਿਹੜਾ ਉਸਨੇ ਉਹ ਰਾਜਾ ਬਣਾਇਆ, ਪਪਟ ਕਿੰਗ ਜਿਹੜਾ ਬਣਾਇਆ ਆ, ਉਹ ਦਿਨ ਬ ਦਿਨ ਘਟਦੇ ਜਾ ਰਹੇ ਆ। ਸੋ ਆਓ ਅੱਗੇ ਦੇਖੀਏ। ਔਰ ਹੁਣ ਅਬਨੇਰ ਦਾ ਵੀ ਜਿੰਨਾ ਕੁ ਜ਼ੋਰ ਲਾਉਣਾ ਸੀ ਲਾ ਲਿਆ। ਸੋ ਆਓ ਇਸ ਨੂੰ ਦੇਖੀਏ। 6 ਤੋਂ ਲੈ ਕੇ ਅਸੀਂ ਇਸ ਨੂੰ ਦੇਖਦੇ ਹੈਗੇ ਆ। 6 ਤੋਂ ਲੈ ਕੇ 21 ਆਇਤ। ਯਸ, ਠੀਕ ਹੈ। ਅਬਨੇਰ ਦਾ ਦਾਊਦ ਨਾਲ ਮਿਲਣਾ। ਸੋ ਜਿਵੇਂ ਜਿਵੇਂ ਦਾਊਦ ਤੇ ਸਾਊਲ ਦੇ ਟੱਬਰਾਂ ਵਿੱਚ ਲੜਾਈ ਵੱਧਦੀ ਗਈ, ਤਿਵੇਂ ਤਿਵੇਂ ਅਬਨੇਰ ਸਾਊਲ ਦੇ ਲੋਕਾਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਦਾ ਗਿਆ। ਸਾਊਲ ਦੀ ਇੱਕ ਰਖੇਲ ਸੀ ਜਿਸ ਦਾ ਨਾਂ ਰਿਜਪਾ ਸੀ ਅਤੇ ਉਹ ਅਜਾਦ ਦੀ ਧੀ ਸੀ। ਇਸ ਬਾਰੇ ਇਸ਼ਬੋਸ਼ਤ ਨੇ ਅਬਨੇਰ ਨੂੰ ਕਿਹਾ, ਤੂੰ ਮੇਰੇ ਪਿਓ ਦੀ ਰਖੇਲ ਨਾਲ ਸੰਗ ਕਿਉਂ ਕੀਤਾ ਹੈ? ਅਬਨੇਰ ਇਹ ਸੁਣ ਕੇ ਬਹੁਤ ਕ੍ਰੋਧਿਤ ਹੋਇਆ ਅਤੇ ਉਸਨੇ ਇਸ਼ਬੋਸ਼ਤ ਨੂੰ ਕਿਹਾ, ਕੀ ਤੂੰ ਮੈਨੂੰ ਯਹੂਦਾ ਦੇ ਲੋਕਾਂ ਦਾ ਕੋਈ ਘਟੀਆ ਆਦਮੀ ਸਮਝਿਆ ਹੈ ਕਿ ਅੱਜ ਤੱਕ ਮੈਂ ਸਾਊਲ ਦੇ ਟੱਬਰ ਨਾਲ ਵਫਾਦਾਰੀ ਨਹੀਂ ਕੀਤੀ? ਮੈਂ ਤੇਰੇ ਪਿਤਾ, ਉਸਦੇ ਭਰਾਵਾਂ ਅਤੇ ਮਿੱਤਰਾਂ ਦਾ ਅੱਜ ਤੱਕ ਸਾਥ ਦਿੱਤਾ ਹੈ। ਮੈਂ ਤੈਨੂੰ ਦਾਊਦ ਦੇ ਹੱਥੀਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਜੋ ਕੁਝ ਅੱਜ ਤੂੰ ਹੈ, ਮੇਰੇ ਕਾਰਨ ਹੀ ਹੈ। ਫਿਰ ਕੀ ਤੂੰ ਮੇਰੇ ਉੱਤੇ ਇੱਕ ਔਰਤ ਦੇ ਕਾਰਨ ਤੁਹਮਤ ਲਾ ਰਿਹਾ ਹੈ? ਪਰਮੇਸ਼ਵਰ ਅਬਨੇਰ ਤੋਂ ਬਦਲਾ ਲਵੇ ਜੇਕਰ ਮੈਂ ਹੁਣ ਦਾਊਦ ਨੂੰ ਪਰਮੇਸ਼ਵਰ ਤੋਂ ਮਿਲੀ ਪ੍ਰਤਿੱਗਿਆ ਨੂੰ ਪੂਰਾ ਨਾ ਕਰਾਂ। ਪ੍ਰਭੂ ਨੇ ਕਿਹਾ ਹੈ ਕਿ ਮੈਂ ਸਾਊਲ ਦੇ ਵੰਸ਼ ਤੋਂ ਰਾਜਾ ਲੈ ਕੇ ਦਾਊਦ ਨੂੰ ਦੇਵਾਂਗਾ। ਦਾਊਦ ਦਾ ਰਾਜ ਸਾਰੇ ਇਜ਼ਰਾਈਲ ਤੇ ਯਹੂਦਾ ਉੱਤੇ ਦਾਨ ਤੋਂ ਲੈ ਕੇ ਬੇਰਸ਼ਬਾ ਤੱਕ ਹੋਵੇਗਾ। ਇਸ਼ਬੋਸ਼ਤ ਨੇ ਅਬਨੇਰ ਨੂੰ ਇਸ ਦਾ ਕੋਈ ਉੱਤਰ ਨਾ ਦਿੱਤਾ ਕਿਉਂਕਿ ਉਹ ਅਬਨੇਰ ਤੋਂ ਬਹੁਤ ਡਰਦਾ ਸੀ। ਤਦ ਅਬਨੇਰ ਨੇ ਦਾਊਦ ਕੋਲ ਹਬਰੋਨ ਵਿੱਚ ਸੰਦੇਸ਼ਵਾਕ ਇਹ ਕਹਿ ਕੇ ਘੱਲੇ, ਇਸ ਧਰਤੀ ਉੱਤੇ ਰਾਜ ਕੌਣ ਕਰੇਗਾ? ਤੂੰ ਮੇਰੇ ਨਾਲ ਸੰਧੀ ਕਰ ਤਾਂ ਮੈਂ ਸਾਰੇ ਇਜ਼ਰਾਈਲ ਉੱਤੇ ਅਧਿਕਾਰ ਕਰਨ ਵਿੱਚ ਤੇਰੀ ਮਦਦ ਕਰਾਂਗਾ। ਦਾਊਦ ਨੇ ਅਬਨੇਰ ਨੂੰ ਉੱਤਰ ਦਿੱਤਾ, ਠੀਕ ਹੈ, ਮੈਂ ਤੇਰੇ ਨਾਲ ਸੰਧੀ ਕਰਾਂਗਾ, ਪਰ ਤੂੰ ਉਨਾ ਚਿਰ ਮੇਰਾ ਮੂੰਹ ਨਹੀਂ ਦੇ ਸਕੇਗਾ ਜਦੋਂ ਤੱਕ ਤੂੰ ਸਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਲੈ ਕੇ ਨਾ ਆਵੇਂ। ਦਾਊਦ ਨੇ ਇਸ਼ਬੋਸ਼ਤ ਕੋਲ ਇਹ ਵੀ ਸੰਦੇਸ਼ ਘੱਲਿਆ, ਮੇਰੀ ਪਤਨੀ ਮੀਕਲ ਨੂੰ ਮੇਰੇ ਕੋਲ ਘੱਲ ਦੇ, ਜਿਸ ਨਾਲ ਮੈਂ ਫਿਲਿਸਤੀਆਂ ਦੇ 100 ਸਿਰ ਦੇ ਕੇ ਵਿਆਹ ਕੀਤਾ ਸੀ। ਸੋ ਇਸ਼ਬੋਸ਼ਤ ਨੇ ਆਦਮੀ ਘੱਲ ਕੇ ਲਾਵਿਸ਼ ਦੇ ਪੁੱਤਰ ਫਲਟੀਓ ਕੋਲ ਮੀਕਲ ਨੂੰ ਖੋਹ ਲਿਆ, ਪਰ ਫਲਟੀਅਲ ਰੋਂਦਾ ਹੋਇਆ ਆਪਣੀ ਪਤਨੀ ਮੀਕਲ ਦੇ ਪਿੱਛੇ ਬਹਰੀਮ ਤੱਕ ਆਇਆ, ਪਰ ਅਬਨੇਰ ਨੇ ਉਸ ਨੂੰ ਪਿਛਾਂਹ ਮੋੜ ਦਿੱਤਾ। ਤਦ ਅਬਨੇਰ ਇਜ਼ਰਾਈਲ ਦੇ ਆਗੂਆਂ ਕੋਲ ਗਿਆ ਅਤੇ ਉਹਨਾਂ ਨੂੰ ਕਿਹਾ, ਤੁਸੀਂ ਬਹੁਤ ਸਮੇਂ ਤੋਂ ਚਾਹੁੰਦੇ ਹੋ ਕਿ ਦਾਊਦ ਤੁਹਾਡਾ ਰਾਜਾ ਹੋਵੇ। ਹੁਣ ਤੁਹਾਡੀ ਇੱਛਾ ਪੂਰੀ ਹੋਣ ਦਾ ਸਮਾਂ ਆ ਗਿਆ ਹੈ। ਉਸ ਦੇ ਬਾਰੇ ਪ੍ਰਭੂ ਨੇ ਕਿਹਾ ਸੀ, ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੇ ਲੋਕਾਂ ਇਜ਼ਰਾਈਲ ਨੂੰ ਫਿਲਿਸਤੀਆਂ ਅਤੇ ਉਹਨਾਂ ਦੇ ਬਾਕੀ ਦੇ ਵੈਰੀਆਂ ਦੇ ਹੱਥੋਂ ਬਚਾ ਕਰਾਂਗਾ। ਅਬਨੇਰ ਨੇ ਬੈਨਯਮੀਨ ਕਬੀਲੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਫਿਰ ਉਸਨੇ ਹਬਰੋਨ ਵਿੱਚ ਜਾ ਕੇ ਦਾਊਦ ਨੂੰ ਇਜ਼ਰਾਈਲੀਆਂ ਅਤੇ ਬੈਨਯਮੀਨੀਆਂ ਦੇ ਬਾਰੇ ਦੱਸਿਆ ਕਿ ਉਹ ਕੀ ਕਰਨਾ ਚਾਹੁੰਦੇ ਹਨ। ਜਦੋਂ ਅਬਨੇਰ ਆਪਣੇ 20 ਆਦਮੀਆਂ ਨਾਲ ਹਬਰੋਨ ਵਿੱਚ ਦਾਊਦ ਕੋਲ ਆਇਆ ਤਾਂ ਦਾਊਦ ਨੇ ਉਸ ਦੇ ਲਈ ਇੱਕ ਭੋਜ ਦਿੱਤਾ। ਉਸ ਵੇਲੇ ਅਬਨੇਰ ਨੇ ਦਾਊਦ ਨੂੰ ਕਿਹਾ, ਮੈਂ ਜਾ ਕੇ ਸਾਰੇ ਇਜ਼ਰਾਈਲੀਆਂ ਨੂੰ ਇਕੱਠੇ ਕਰਦਾ ਹਾਂ ਕਿ ਉਹ ਮੇਰੇ ਮਾਲਕ ਰਾਜਾ ਨਾਲ ਨੇਮ ਕਰਨ ਅਤੇ ਤੁਸੀਂ ਆਪਣੀ ਇੱਛਾ ਅਨੁਸਾਰ ਸਭ ਉੱਤੇ ਰਾਜ ਕਰੋ। ਇਸ ਲਈ ਦਾਊਦ ਨੇ ਉਸ ਨੂੰ ਸ਼ਾਂਤੀ ਨਾਲ ਵਿਦਾ ਕੀਤਾ। ਸੋ ਈਵਨ ਦੋ ਕਿ ਉਸਨੇ ਸਾਊਲ ਦੇ ਪੁੱਤਰ ਨੂੰ ਰਾਜਾ ਬਣਾ ਦਿੱਤਾ ਸੀਗਾ, ਉਹ ਇਹ ਸਮਝਦਾ ਸੀ ਕਿ ਰਾਜ ਮੈਂ ਕਰਦਾ ਪਿਆ, ਪਰ ਅਸਲ ਦੇ ਵਿੱਚ ਜਿਹੜਾ ਰਾਜ ਕਰਦਾ ਪਿਆ ਸੀ ਉਹ ਅਬਨੇਰ ਕਰਦਾ ਪਿਆ ਸੀ। ਔਰ ਜਿਸ ਲਈ ਅਬਨੇਰ ਨੇ ਉਸਨੇ ਕਿਹਾ ਕਿ ਆ ਕੇ ਉਹਦੇ ਉੱਤੇ ਲਾਈ, ਜਿੱਦਾਂ ਕਿ ਤੁਹਮਤ ਲਾਈ ਕਿ ਤੂੰ ਉਸ ਦੀ ਜਿਹੜੀ ਰਖੈਲ ਸੀ ਤੂੰ ਰੱਖ ਲੈ। ਤੇ ਉਸ ਦਾ ਮਤਲਬ ਅਸਲ ਦੇ ਵਿੱਚ ਇਹ ਆ ਕਿ ਰਖੈਲ ਉਹਦੇ ਕੋਲ ਜਾਂਦੀ ਸੀ ਜਿਹੜਾ ਅਗਲਾ ਰਾਜਾ ਬਣੇ।
ਤਾਂ ਉਸਨੇ ਕਿਹਾ ਕਿ ਤੂੰ ਮੈਨੂੰ ਕੀ ਸਮਝਿਆ ਹੈ? ਮੈਂ ਤੇਰੇ ਨਾਲ ਏਦਾਂ ਖੜਾ ਹੋਇਆ, ਮੈਂ ਤੁਹਾਡੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਖੜਾ ਹੋਇਆ। ਉਸਨੂੰ ਇੱਕ ਰੀਜ਼ਨ ਚਾਹੀਦਾ ਸੀ, ਐਕਚੁਅਲੀ ਥੱਕ ਚੁੱਕਾ ਸੀ ਉਹ ਵੀ ਜੰਗਾਂ ਤੋਂ। ਤੇ ਉਸਨੇ ਉਸਨੂੰ ਕਹਿਤਾ, ਅਗਰ ਉਹ ਸੱਚਮੁੱਚ ਰਾਜਾ ਹੁੰਦਾ, ਉਹ ਕਹਿੰਦਾ ਤੂੰ ਕਿੱਥੇ ਤੂੰ ਜਾ ਰਿਹਾ, ਤੂੰ ਕਿਤੇ ਨਹੀਂ ਜਾ ਸਕਦਾ, ਇੱਥੇ ਆਰਾਮ ਨਾਲ ਬਹਿ ਜਾ। ਲੇਕਿਨ ਉਹ ਨਹੀਂ ਕਹਿ ਸਕਿਆ, ਇਹਦਾ ਮਤਲਬ ਉਹ ਰਾਜਾ ਨਹੀਂ ਸੀਗਾ। ਇੰਨਾ ਚਿਰ ਜਿਹੜੇ 6-7 ਸਾਲ ਜਿਹੜਾ ਇਹ ਝਗੜਾ ਚੱਲਦਾ ਰਿਹਾ, ਉਹਦੇ ਪਿੱਛੇ ਇੱਕੋ ਹੀ ਜਾਣਾ ਸੀ, ਔਰ ਉਹ ਸੀ ਅਬਨੇਰ। ਔਰ ਉਸ ਦਾ ਕਾਰਨ ਕੀ ਸੀਗਾ ਕਿ ਦਾਊਦ ਨੇ ਜਿਸ ਤਰ੍ਹਾਂ ਉਸ ਵੇਲੇ ਜਿਸਲੇ ਉਸਨੇ ਸਾਊਲ ਦਾ ਬਰਛਾ ਔਰ ਸਾਊਲ ਦਾ ਜਿਹੜਾ ਪਾਣੀ ਦਾ ਜਿਹੜਾ ਘੜਾ ਸੀਗਾ ਉਹ ਲੈ ਕੇ ਰਾਤ ਨੂੰ ਸੁੱਤੇ ਪਿਆ, ਤਾਂ ਉਸਨੇ ਅਬਨੇਰ ਨੂੰ ਆਵਾਜ਼ ਮਾਰੀ ਕਿ ਭਾਈ ਤੂੰ ਕੀ ਕਰਦਾ ਪਿਆ, ਤੂੰ ਆਪਣੇ ਰਾਜੇ ਦੀ ਰਾਖੀ ਵੀ ਨਹੀਂ ਕਰ ਸਕਦਾ। ਇਹ ਕੜਵਾਹਟ ਸੀ ਉਹਦੇ ਦਿਲ ਦੀ। ਇਸ ਕਰਕੇ ਇੰਨਾ ਚਿਰ ਤੱਕ ਉਸਨੇ ਸਾਰੇ ਇਜ਼ਰਾਈਲ ਨੂੰ ਆਪਸੀ ਜੰਗਾਂ ਦੇ ਵਿੱਚ, ਭਰਾਵਾਂ ਦੀਆਂ ਜੰਗਾਂ ਦੇ ਵਿੱਚ ਵਿੱਚ ਉਸਨੇ ਧੱਕ ਦਿੱਤਾ ਉਹਨਾਂ ਨੂੰ। ਲੇਕਿਨ ਹੁਣ ਉਸਨੂੰ ਸਮਝ ਆਈ ਅਖੀਰ ਦੇ ਵਿੱਚ ਵੀ ਮੈਂ ਜਿੱਤ ਸਕਦਾ ਨਹੀਂ, ਕਿਉਂਕਿ ਦਿਨ ਬ ਦਿਨ ਉਹ ਮਾੜਾ ਹੁੰਦਾ ਜਾ ਰਹੀ, ਉਹਨਾਂ ਦੀ ਉਹਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ ਉਹਨਾਂ ਦੀ। ਦਾਊਦ ਦਿਨ ਬ ਦਿਨ ਤਕੜਾ ਹੁੰਦਾ ਜਾ ਰਿਹਾ, ਔਰ ਪ੍ਰਭੂ ਦਾਊਦ ਦੇ ਨਾਲ, ਇਹ ਵੀ ਉਹਨਾਂ ਨੂੰ ਵੀ ਪਤਾ ਹੈ। ਸੋ ਇੱਥੇ ਆ ਕੇ ਹੁਣ ਉਹ ਆਖਰੀ ਆਪਣੀ ਜਿਹੜੀ ਹੈਗੀ ਆ ਉਸਨੇ ਪਤਾ ਖੇਲਿਆ ਕਿ ਸ਼ਾਇਦ ਦਾਊਦ ਮੈਨੂੰ ਕੁਛ ਬਣਾ ਦਊਗਾ ਜੇ ਮੈਂ ਦਾਊਦ ਦੇ ਕੋਲ ਜਾਊਂਗਾ। ਔਰ ਦਾਊਦ ਨੂੰ ਐਸੀ ਕੋਈ ਮੁਸੀਬਤ ਨਹੀਂ ਉਹਦੇ ਨਾਲ। ਦਾਊਦ ਨੂੰ ਜਿੱਥੇ ਪਰਮੇਸ਼ਰ ਨੇ ਹੁਣ ਤੱਕ ਰੱਖਿਆ ਆ, ਉਹ ਉੱਥੇ ਤੱਕ ਖੁਸ਼ ਆ, ਉੱਥੇ ਤੱਕ ਖੁਸ਼ ਆ ਕਿ ਪ੍ਰਭੂ ਨੇ ਮੇਰੇ ਤੇ ਰਹਿਮ ਕੀਤੀ ਹੋਵੇ। ਦਾਊਦ ਜੇ ਚਾਹੁੰਦਾ, ਜਿਸ ਲਈ ਅਬਨੇਰ ਆਇਆ ਸੀ, ਉਸਨੂੰ ਕਤਲ ਵੀ ਕਰਾ ਸਕਦਾ ਸੀ। ਕਹਾਣੀ ਖਤਮ, ਕਹਾਣੀ ਖਤਮ। ਜਿਹੜੇ ਇਜ਼ਰਾਈਲ ਦੇ ਬਾਕੀ ਦੇ ਬਜ਼ੁਰਗੇ ਔਰ ਬਾਕੀ ਦੇ ਜਿਹੜੀਆਂ ਟ੍ਰਾਈਬਸ ਸੀਗੀਆਂ, ਉਹ ਇਸ ਕਰਕੇ ਨਹੀਂ ਆ ਰਹੀਆਂ ਸੀ ਇੱਧਰ ਨੂੰ ਕਿਉਂਕਿ ਉਹ ਅਬਨੇਰ ਤੋਂ ਡਰਦੇ ਸੀ। ਲੇਕਿਨ ਦਾਊਦ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸਨੇ ਕਿਹਾ ਇੱਕ ਸ਼ਰਤ ਆ, ਜੇ ਤੇਰੇ ਵਿੱਚ ਕੋਈ ਸੱਚਾਈ ਹੈਗੀ ਹੈ ਤਾਂ ਫਿਰ ਮੇਰੀ ਪਹਿਲੀ ਪਤਨੀ ਮੀਕਲ ਨੂੰ ਲੈ ਕੇ ਆਈ। ਮੈਂ ਉਸਨੂੰ, ਮੇਰੀ ਪ੍ਰਭੂ ਨੇ ਮਦਦ ਕੀਤੀ ਸੀ, ਉਸਨੇ ਕਿਹਾ ਸੀ 100 ਸਿਰ ਲਿਆ ਕੇ ਦੇ, ਮੈਂ 200 ਲਿਆ ਕੇ ਦਿੱਤਾ ਸੀ। ਸੋ ਤੁਹਾਡਾ ਬਿਨਯਾਮੀਨੀਆਂ ਦਾ ਜਿਹੜਾ ਜੋ ਤੁਸੀਂ ਸ਼ਰਤ ਰੱਖੀ ਸੀ, ਮੈਂ ਪੂਰੀ ਕਰ ਦਿੱਤੀ ਸੀ। ਉਹ ਮੇਰੀ ਪਤਨੀ ਹੈ, ਉਸਨੂੰ ਮੇਰੇ ਕੋਲ ਲੈ ਕੇ ਆ। ਔਰ ਇਹ ਵੀ ਇੱਕ ਬਹੁਤ ਭਾਰੀ ਚੀਜ਼ ਸੀ, ਇੰਨੀ ਛੋਟੀ ਨਹੀਂ ਸੀ, ਕਿਉਂਕਿ ਰਾਜਾ ਸਾਊਲ ਨੇ ਉਸਨੂੰ ਇਸ ਇਨਸਾਨ ਦੇ ਨਾਲ ਦਿੱਤਾ ਸੀਗਾ। ਔਰ ਉਸਦਾ ਜਿਹੜਾ ਫਰਟੀਅਲ ਦੇ ਨੂੰ ਦਿੱਤਾ ਸੀਗਾ। ਔਰ ਉਹ ਕਹਿ ਸਕਦੇ ਸੀ ਵੀ ਨਹੀਂ, ਸਾਡੇ ਰਾਜਾ ਨੇ ਉਸਨੂੰ ਦਿੱਤਾ, ਏਦਾਂ ਨਹੀਂ ਹੋ ਸਕਦਾ। ਔਰ ਇਹ ਕਰਕੇ ਉਹਨਾਂ ਨੇ ਇਹ ਦਿਖਾ ਦਿੱਤਾ ਕਿ ਸਾਊਲ ਦਾ ਰਾਜ ਹੁਣ ਖਤਮ, ਉਸਦੇ ਬੇਟੇ ਦਾ ਵੀ ਰਾਜ, ਜੋ ਵੀ ਉਹਨੂੰ ਕਰਨਾ ਮੰਗਦਾ ਹੁਣ ਕਰੀ ਜਾਏ। ਅਬਨੇਰ ਨੇ ਵੀ ਆ ਕੇ ਕਹਿਤਾ ਕਿ ਨਹੀਂ। ਪਰ ਹੁਣ ਜਿਹੜਾ ਜਵਾਬ ਦਾ ਇੱਕ ਭਰਾ ਮਰ ਗਿਆ ਆ, ਉਸਨੂੰ ਉਸ ਚੀਜ਼ ਦੇ ਉੱਤੇ ਬਹੁਤ ਉਹਦੇ ਅੰਦਰ ਜਿਹੜੀ ਉਹ ਅੱਗ ਚੱਲਦੀ ਪਈ ਕਿ ਇਹਨੇ ਮੇਰੇ ਭਰਾ ਨੂੰ ਮਾਰਿਆ। ਔਰ ਇਸ ਕਰਕੇ ਉਹਦੇ ਅੰਦਰ ਇੱਕ ਰੜਕ ਚੱਲਦੀ ਪਈ ਆ। ਪਰ ਦੂਜਾ ਉਸਨੂੰ ਇਹ ਵੀ ਆ ਕਿ ਜੇ ਅਬਨੇਰ ਆ ਗਿਆ ਤੇ ਸੈਨਾਪਤੀ ਜਿਹੜਾ ਬਣਨਾ ਉਹ ਅਬਨੇਰ ਨੇ ਬਣ ਜਾਣਾ, ਮੇਰਾ ਪੱਤਾ ਕੱਟ ਹੋ ਜਾਣਾ। ਸੋ ਉਹਦੇ ਦਿਲ ਦੇ ਵਿੱਚ ਇਹ ਦੋ ਚੀਜ਼ਾਂ ਆ, ਇੱਕ ਤਾਂ ਉਹਦੇ ਦਿਲ ਦੇ ਵਿੱਚ ਬਦਲਾ ਹੈ, ਔਰ ਦੂਸਰਾ ਉਹਦੇ ਦਿਲ ਦੇ ਵਿੱਚ ਇੱਕ ਰੜਕ। ਲੇਕਿਨ ਦਾਊਦ ਨੇ ਜ਼ਬੂਰ 101 ਦੇ ਵਿੱਚ ਜਿਹੜੀ ਪ੍ਰਭੂ ਦੇ ਅੱਗੇ ਉਸਨੇ ਆਪਣੇ ਆਪ ਨੂੰ ਰੱਖ ਕੇ ਇਹ ਕਿਹਾ ਸੀ ਕਿ ਪ੍ਰਭੂ ਮੈਂ ਬਦਲੇ ਦੀ ਭਾਵਨਾ ਨਹੀਂ ਰੱਖੂੰਗਾ ਔਰ ਮੈਂ ਮੱਕਾਰੀ ਨਹੀਂ ਕਰੂੰਗਾ। ਤੂੰ ਜੋ ਦੇਂਗਾ ਮੈਂ ਉਹ ਕਬੂਲ ਕਰੂੰਗਾ, ਬਸ ਉਹ ਹੀ ਲਊਂਗਾ। ਇੱਥੇ ਤੱਕ ਤੂੰ ਮੈਨੂੰ ਲੈ ਕੇ ਆਇਆ, ਤੂੰ ਮੈਨੂੰ ਭੇਡਾਂ ਦੇ ਪਿੱਛੇ, ਮੈਂ ਭੇਡਾਂ ਚਾਰਦਾ ਸੀ, ਇੱਕ ਭੇਡ ਮੰਗੋ ਸੀਗਾ। ਦਾਊਦ ਭੇਡ ਸੀਗੀ ਕਿਉਂਕਿ ਉਹ ਆਪਣੇ ਆਪ ਨੂੰ ਵੀ ਕਹਿੰਦਾ ਪ੍ਰਭੂ ਮੇਰਾ ਚਰਵਾਹਾ, ਉਹ ਆਪਣੇ ਆਪ ਨੂੰ ਭੇਡ ਕਹਿੰਦਾ ਸੀਗਾ। ਲੇਕਿਨ ਪ੍ਰਭੂ ਨੇ
ਉਸਨੂੰ ਰਾਜਾ ਬਣਾਤਾ। ਰਾਜਾ ਦਾਊਦ ਇੱਕ ਚਰਵਾਹਾ ਬਣਾਤਾ, ਭੇਡ ਨੂੰ ਚਰਵਾਹੇ 'ਚ ਬਦਲ ਦਿੱਤਾ ਉਸਨੇ। ਸੋ ਉਹ ਹੁਣ ਚਰਵਾਹੇ ਦੇ ਵਾਂਗ ਆਪਣੇ ਲੋਕਾਂ ਦੀ ਦੇਖਭਾਲ ਕਰਨੀ ਮੰਗਦਾ, ਬਦਲੇ ਦੀ ਭਾਵਨਾ ਨਹੀਂ ਰੱਖਣੀ ਮੰਗਦਾ ਕਿਸੇ ਦੇ ਨਾਲ। ਸੋ ਅਸੀਂ ਹੁਣ ਇਹਨਾਂ ਚੀਜ਼ਾਂ 'ਚ ਦੇਖਾਂਗੇ ਕਿ ਦਾਊਦ ਨੇ ਇਹਨਾਂ ਚੀਜ਼ਾਂ ਨੂੰ ਹੁਣ ਕਿਸ ਤਰੀਕੇ ਦੇ ਨਾਲ ਲੈਣਾ। ਲੋਕਾਂ ਨੇ ਗਲਤ ਕੰਮ ਕਰਨੇ ਆ, ਪਰ ਦਾਊਦ ਨੇ ਉਹਨਾਂ ਚੀਜ਼ਾਂ ਨੂੰ ਅਸੈਪਟ ਨਹੀਂ ਕਰਨਾ ਹੈ। ਸੋ ਆਓ ਅਸੀਂ ਹੁਣ 22 ਆਇਤ ਤੋਂ ਲੈ ਕੇ ਇਸ ਦੀ 22 ਆਇਤ ਤੋਂ ਲੈ ਕੇ 30 ਆਇਤ ਤੱਕ ਦੇਖਾਂਗੇ। ਮੈਂ ਪੜ੍ਹ ਦੇਣੀ ਪਾਸਟਰ ਜੀ। ਹਾਂਜੀ। ਅਬਨੇਰ ਦਾ ਕਤਲ। ਕੁਝ ਸਮੇਂ ਦੇ ਪਿੱਛੋਂ ਯੋਆਬ ਅਤੇ ਦਾਊਦ ਦੇ ਕੁਝ ਹੋਰ ਅਧਿਕਾਰੀ ਕਿਸੇ ਪਾਸੇ ਹੱਲਾ ਬੋਲ ਕੇ ਅਤੇ ਬਹੁਤ ਸਾਰਾ ਲੁੱਟ ਦਾ ਮਾਲ ਲੈ ਕੇ ਵਾਪਸ ਆਏ। ਉਸ ਵੇਲੇ ਅਬਨੇਰ ਹਬਰੋਨ ਵਿੱਚ ਨਹੀਂ ਸੀ, ਕਿਉਂਕਿ ਦਾਊਦ ਨੇ ਉਸਨੂੰ ਪਹਿਲਾਂ ਹੀ ਸ਼ਾਂਤੀ ਨਾਲ ਵਿਦਾ ਕਰ ਦਿੱਤਾ ਸੀ। ਸੋ ਜਦੋਂ ਯੋਆਬ ਅਤੇ ਉਸਦੇ ਨਾਲ ਦੇ ਆਦਮੀ ਹਬਰੋਨ ਵਿੱਚ ਪਹੁੰਚੇ ਤਾਂ ਉਸਨੂੰ ਕਿਸੇ ਨੇ ਦੱਸਿਆ, ਨੇਰ ਦਾ ਪੁੱਤਰ ਅਬਨੇਰ ਰਾਜਾ ਕੋਲ ਆਇਆ ਸੀ, ਪਰ ਉਸਨੇ ਅਬਨੇਰ ਨੂੰ ਵਾਪਸ ਸ਼ਾਂਤੀ ਨਾਲ ਘੱਲ ਦਿੱਤਾ ਹੈ। ਤਦ ਯੋਆਬ ਦਾਊਦ ਕੋਲ ਆਇਆ ਅਤੇ ਬੋਲਿਆ, ਤੁਸੀਂ ਇਹ ਕੀ ਕੀਤਾ ਹੈ? ਅਬਨੇਰ ਤੁਹਾਡੇ ਕੋਲ ਆਇਆ ਸੀ ਅਤੇ ਤੁਸੀਂ ਉਸਨੂੰ ਸਹੀ ਸਲਾਮਤ ਵਾਪਸ ਘੱਲ ਦਿੱਤਾ ਅਤੇ ਉਹ ਚਲਾ ਗਿਆ। ਉਹ ਤਾਂ ਤੁਹਾਡੇ ਭੇਤ ਲੈਣ ਆਇਆ ਸੀ ਕਿ ਉਹ ਤੁਹਾਡੇ ਅੰਦਰ ਬਾਹਰ ਜਾਣ ਬਾਰੇ ਜਾਣੇ ਅਤੇ ਇਹ ਵੀ ਕਿ ਤੁਸੀਂ ਕੀ ਕਰਦੇ ਹੋ। ਯੋਆਬ ਨੇ ਦਾਊਦ ਕੋਲੋਂ ਬਾਹਰ ਆ ਕੇ ਅਬਨੇਰ ਦੇ ਪਿੱਛੇ ਆਪਣੇ ਆਦਮੀ ਘੱਲੇ, ਜੋ ਉਸਨੂੰ ਸਰਾਹ ਦੇ ਖੂਹ ਕੋਲ ਵਾਪਸ ਮੋੜ ਲਿਆਏ, ਪਰ ਇਸ ਬਾਰੇ ਦਾਊਦ ਨੂੰ ਪਤਾ ਨਹੀਂ ਸੀ। ਜਦੋਂ ਅਬਨੇਰ ਹਬਰੋਨ ਵਿੱਚ ਵਾਪਸ ਗਿਆ ਤਾਂ ਯੋਆਬ ਉਸਨੂੰ ਇੱਕ ਫਾਟਕ ਦੇ ਓਲੇ ਇਕਾਂਤ ਵਿੱਚ ਗੱਲ ਕਰਨ ਦੇ ਬਹਾਨੇ ਲੈ ਗਿਆ ਅਤੇ ਉੱਥੇ ਉਸਦੇ ਢਿੱਡ ਵਿੱਚ ਛੁਰਾ ਖੋਪ ਦਿੱਤਾ, ਕਿਉਂਕਿ ਅਬਨੇਰ ਨੇ ਉਸਦੇ ਭਰਾ ਅਸਾਹੇਲ ਦਾ ਕਤਲ ਕੀਤਾ ਸੀ। ਫਿਰ ਜਦੋਂ ਦਾਊਦ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਤਾਂ ਉਸਨੇ ਕਿਹਾ, ਮੈਂ ਅਤੇ ਮੇਰੀ ਪ੍ਰਜਾ ਅਬਨੇਰ ਦੇ ਲਹੂ ਤੋਂ ਬਿਲਕੁਲ ਦੋਸ਼ ਰਹਿਤ ਹਾਂ। ਇਸ ਕਤਲ ਦੇ ਕੀਤੇ ਦਾ ਦੋਸ਼ ਯੋਆਬ ਅਤੇ ਉਸਦੇ ਪਿਓ ਦੇ ਟੱਬਰ ਉੱਤੇ ਹੋਵੇ। ਯੋਆਬ ਦੇ ਵੰਸ਼ ਵਿੱਚ ਹਮੇਸ਼ਾ ਕੋਈ ਨਾ ਕੋਈ ਰਤਵਾਹਨ ਦਾ ਰੋਗੀ ਹੋਵੇ, ਜਾਂ ਕੋੜੀ ਹੋਵੇ, ਜਾਂ ਕੁਬੜਾ ਹੋਵੇ, ਜਾਂ ਤਲਵਾਰ ਨਾਲ ਮਾਰਿਆ ਜਾਵੇ, ਜਾਂ ਰੋਟੀ ਦੇ ਲਈ ਤਰਸੇ। ਸੋ ਇਸ ਤਰ੍ਹਾਂ ਯੋਆਬ ਅਤੇ ਉਸਦੇ ਭਰਾ ਅਬੀਸ਼ਾਈ ਨੇ ਆਪਣੇ ਭਰਾ ਅਸਾਹੇਲ ਦੇ ਕਤਲ ਦਾ ਅਬਨੇਰ ਤੋਂ ਬਦਲਾ ਲਿਆ, ਜਿਸ ਨੂੰ ਉਸਨੇ ਗਿਬਿਓਨ ਦੀ ਲੜਾਈ ਵਿੱਚ ਮਾਰਿਆ ਸੀ। ਕੀ ਹੁਣ ਸੱਚਮੁੱਚ ਉਸਨੂੰ ਮਾਰ ਦਿੱਤਾ ਗਿਆ? ਜਵਾਬ ਨੂੰ ਉਸਨੇ ਸਾਰਿਆਂ ਦੇ ਸਾਹਮਣੇ ਉਸਨੇ ਕਿਹਾ, ਮੈਂ ਔਰ ਮੇਰੀ ਪ੍ਰਜਾ ਦੇ ਸਿਰ ਦੇ ਉੱਤੇ ਕਤਲ ਨਹੀਂ, ਮੈਂ ਉਸਨੂੰ ਸ਼ਾਂਤੀ ਦੇ ਨਾਲ ਵਿਦਾ ਕੀਤਾ। ਮੈਂ ਕਿਸੇ ਨੂੰ ਉਸਨੂੰ ਮਾਰਨ ਦੇ ਲਈ ਨਹੀਂ ਘੱਲਿਆ। ਲੇਕਿਨ ਜਵਾਬ ਨੂੰ ਇਹ ਜਿਹੜੀ ਚੀਜ਼ ਹੈ ਦਾਊਦ ਨੇ ਹਮੇਸ਼ਾ ਯਾਦ ਰੱਖਣੀ ਹੈ। ਇਹ ਅਸੀਂ ਅੱਗੇ ਜਾ ਕੇ ਦੇਖਾਂਗੇ। ਦਾਊਦ ਨੇ ਉਸਨੂੰ ਇਹ ਕਦੀ ਮਾਫ ਨਹੀਂ ਕਰਨਾ ਇਸ ਚੀਜ਼ ਦੇ ਲਈ। ਲੇਕਿਨ ਹੁਣ ਦਾਊਦ ਜਿਹੜਾ ਇੱਕ ਐਸੀ ਜਗ੍ਹਾ ਦੇ ਵਿੱਚ ਖੜਾ ਆ ਕਿ ਜਿਹੜਾ ਯੋਆਬ ਨੇ ਉਸਨੂੰ ਮਾਰਿਆ, ਕਿਉਂਕਿ ਅਬਨੇਰ ਨੇ ਉਹਦੇ ਭਰਾ ਦਾ ਕਤਲ ਕੀਤਾ ਸੀ। ਰਾਈਟ। ਸੋ ਇਹ ਵੀ ਨਹੀਂ ਦਾਊਦ ਉਸਨੂੰ ਕਹਿ ਸਕਦਾ ਕਿ ਬਈ ਤੈਨੂੰ ਆਪਣੇ ਭਰਾ ਦਾ ਕਤਲ ਭੁੱਲ ਜਾਣਾ ਚਾਹੀਦਾ। ਲੇਕਿਨ ਇਸ ਵੇਲੇ ਰਾਜ ਦੀ ਵੀ ਗੱਲ ਚੱਲਦੀ ਪਈ ਹੈ। ਸੋ ਦਾਊਦ ਇਸ ਚੀਜ਼ ਨੂੰ, ਉਸਦੇ ਕਤਲ ਨੂੰ ਆਪਣੇ ਉੱਪਰ ਆਪਣਾ ਰਾਜ ਵਧਾਉਣ ਦੇ ਲਈ ਨਹੀਂ ਵਰਤਣਾ ਮੰਗਦਾ। ਉਸਨੇ ਕਿਹਾ ਮੇਰੇ ਤੇ ਮੇਰੀ ਪ੍ਰਜਾ ਦੇ ਉੱਤੇ। ਇਹ ਇਹਨਾਂ ਦਾ ਆਪਣਾ ਘਰ ਦਾ ਮਸਲਾ ਸੀ ਜੋ ਉਸਨੇ ਜਵਾਬ ਨੇ ਕੀਤਾ, ਇਹਨਾਂ ਦਾ ਘਰ ਦਾ ਮਸਲਾ ਸੀ। ਇਹਦੇ ਨਾਲ ਦਾਊਦ ਦੇ ਰਾਜ ਦੇ ਨਾਲ ਕੋਈ ਸੰਬੰਧ ਨਹੀਂ। ਸੋ ਉਸਨੇ ਜਵਾਬ ਤੋਂ ਉਹਨਾਂ ਚੀਜ਼ਾਂ ਤੋਂ ਆਪਣਾ ਰਿਸ਼ਤਾ ਪਰਾਂ ਕਰ ਲਿਆ। ਰਾਈਟ। ਸੋ ਜਿਸ ਵੇਲੇ ਅਸੀਂ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਜਾਣਨੇ ਪਏ ਹਾਂ, ਦਾਊਦ ਨੇ ਦੇਖੋ ਕਿੰਨੇ ਮਾਣ ਦੇ ਨਾਲ ਉਸਨੇ ਅਬਨੇਰ ਨੂੰ ਤੋਰਿਆ। ਉਹ ਦਿਲ 'ਚ ਰੜਕ ਰੱਖਦਾ ਪਿਆ। ਉਹਦੇ ਦਿਲ ਦੇ ਵਿੱਚ ਰੜਕ ਆ। ਇੰਨੇ ਸਾਲ ਉਸਨੇ ਕੰਟਰੀ ਦੇ ਵਿੱਚ, ਸਾਰੇ ਇਜ਼ਰਾਈਲ ਦੇ ਵਿੱਚ ਸਿਵਲ ਵਾਰ ਲਾ ਰੱਖੀ ਉਸਨੇ, ਔਰ ਸਾਰੇ ਮੁਲਕ ਨੂੰ ਉਸਨੇ ਅੱਗ ਦੇ ਵਿੱਚ ਝੋਂਕ ਦਿੱਤਾ। ਲੇਕਿਨ ਦਾਊਦ ਨੂੰ ਉਹਦੇ ਨਾਲ ਕੁਛ ਨਹੀਂ, ਕੋਈ ਰੜਕ ਨਹੀਂ ਉਹਦੇ ਨਾਲ। ਉਹ ਇਸ ਚੀਜ਼ ਦੇ ਵਿੱਚ ਖੁਸ਼ ਹੈ ਕਿ ਪ੍ਰਭੂ ਨੇ ਮੈਨੂੰ ਭਾਵੇਂ ਇੱਕੋ ਹੀ ਕਬੀਲੇ ਦਾ ਰਾਜਾ ਬਣਾਇਆ, ਉਸਨੇ ਮੈਨੂੰ ਇੱਕ ਦਾ ਬਣਾਇਆ ਹੈ। ਉਸਨੇ ਰਾਜਾ ਬਣਨ ਨੂੰ ਕਿਹਾ ਸੀ, ਉਸਨੇ ਬਣਾ ਦਿੱਤਾ। ਬਸ ਉਹ ਇਸ ਚੀਜ਼ ਤੋਂ ਖੁਸ਼ ਹੈ। ਮੀਕਲ ਤੇ ਉਸਦਾ ਪੂਰਾ ਹੱਕ ਸੀ। ਉਸਨੇ ਕਿਹਾ ਠੀਕ ਆ, ਜੇ ਤੂੰ ਮੈਨੂੰ ਮਿਲਣ ਆਉਣਾ ਮੰਗਦਾ ਤੇ ਫਿਰ ਮੇਰੀ ਪਤਨੀ ਮੀਕਲ ਤੈਨੂੰ ਮੇਰੇ ਕੋਲ ਲੈ ਕੇ, ਉਸਨੂੰ ਮੇਰੇ ਕੋਲ ਲੈ ਕੇ ਆਉਣਾ ਪੈਣਾ। ਦਾਊਦ ਜੇ ਹੁਣ ਚਾਹੁੰਦਾ ਤੇ ਉਹ ਮੀਕਲ ਨੂੰ
ਉੱਥੋਂ ਹੀ ਕਹਿ ਸਕਦਾ ਸੀ ਕਿ ਮੈਂ ਨਹੀਂ ਉਸਨੂੰ ਮੰਗਦਾ, ਸ਼ਾਇਦ ਮੈਨੂੰ ਸੁੱਤੇ ਪਏ ਨੂੰ ਮਾਰ ਦੇਵੇ। ਮੈਂ ਉਹਦੇ ਬਾਪ ਦੀ ਜਗ੍ਹਾ ਤੇ ਯਹੂਦਾ ਦਾ ਰਾਜ ਆਈਆਂ ਭਾਵੇਂ, ਪਰ ਯਹੂਦਾ ਦੇ ਉੱਤੇ ਉਸਦਾ ਬਾਪ ਦਾ ਰਾਜ ਸੀ। ਨਹੀਂ, ਗੱਲ ਗੱਲ ਤੇ ਨਿੱਕੀ ਨਿੱਕੀ ਚੀਜ਼ ਤੇ ਕਿਸ ਤਰ੍ਹਾਂ ਪ੍ਰਭੂ ਦੀ ਲੀਡ ਉਹ ਲੈ ਰਿਹਾ, ਔਰ ਪ੍ਰਭੂ ਉਸਨੂੰ ਦਿਨ ਬ ਦਿਨ ਬਰਕਤ ਦੇ ਰਿਹਾ। ਸੋ ਅਸੀਂ ਇਹ ਚੀਜ਼ਾਂ ਦੇਖਦੇ ਪਏ ਕਿ ਦਾਊਦ ਨੂੰ ਰਾਜਾ ਬਣਨ ਤੋਂ ਬਾਅਦ ਵੀ ਕਿੰਨੀਆਂ ਚੀਜ਼ਾਂ ਦੇ ਵਿੱਚ ਦੀ ਗੁਜ਼ਰਨਾ ਪਿਆ। ਸੋ ਉਸ ਤੋਂ ਬਾਅਦ ਹੁਣ ਅਸੀਂ ਦਾਊਦ ਨੇ ਜਿਹੜਾ ਉਸਨੂੰ ਫਿਊਨਰਲ ਉਸਦਾ ਕੀਤਾ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਨਮੂਨਾ। ਸੋ ਆਓ ਅਸੀਂ 31 ਆਇਤ ਤੱਕ, 31 ਤੋਂ 39 ਆਇਤ ਤੱਕ ਜਿਸ ਨੂੰ ਮਿਲ ਜਾਏ। ਹਾਂਜੀ, ਮੈਂ ਪੜ੍ਹ ਦੇਵਾਂਗਾ। ਤਦ ਦਾਊਦ ਨੇ ਜੋਆਬ ਅਤੇ ਬਾਕੀ ਦੇ ਲੋਕਾਂ ਨੂੰ ਕਿਹਾ, ਆਪਣੇ ਕੱਪੜੇ ਪਾੜ ਸਿੱਟੋ ਅਤੇ ਟਾਟ ਪਹਿਨ ਕੇ ਅਬਨੇਰ ਲਈ ਸੋਗ ਕਰੋ। ਦਾਊਦ ਰਾਜਾ ਆਪ ਵੀ ਅਰਥੀ ਦੇ ਪਿੱਛੇ ਪਿੱਛੇ ਗਿਆ। ਉਹਨਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫਨਾ ਦਿੱਤਾ। ਰਾਜਾ ਦਾਊਦ ਅਬਨੇਰ ਦੀ ਕਬਰ ਉੱਤੇ ਢਾਹਾਂ ਮਾਰ ਕੇ ਰੋਇਆ ਅਤੇ ਉਸ ਦੇ ਨਾਲ ਲੋਕ ਵੀ ਰੋਏ। ਦਾਊਦ ਨੇ ਅਬਨੇਰ ਦੇ ਲਈ ਇਹ ਸੋਗ ਗੀਤ ਗਾਇਆ, ਅਬਨੇਰ ਮੂਰਖਾਂ ਦੇ ਵਾਂਗ ਕਿਉਂ ਮਰਿਆ? ਤੇਰੇ ਹੱਥ ਬੰਨੇ ਹੋਏ ਨਹੀਂ ਸਨ, ਨਾ ਹੀ ਤੇਰੇ ਪੈਰੀਂ ਬੇੜੀਆਂ ਪਈਆਂ ਸਨ। ਤੂੰ ਇਸ ਤਰ੍ਹਾਂ ਮਰਿਆ ਜਿਸ ਤਰ੍ਹਾਂ ਕੋਈ ਦੁਸ਼ਟਾਂ ਦੇ ਹੱਥੋਂ ਮਰੇ। ਸਭ ਲੋਕ ਇੱਕ ਵਾਰ ਫੇਰ ਢਾਹਾਂ ਮਾਰ ਕੇ ਰੋਏ। ਤਦ ਸਭ ਲੋਕ ਦਾਊਦ ਕੋਲ ਆ ਕੇ ਉਸ ਤੇ ਜ਼ੋਰ ਪਾਉਣ ਲੱਗੇ ਕਿ ਉਹ ਕੁਛ ਰੋਟੀ ਖਾਵੇ, ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਪਰਮੇਸ਼ਵਰ ਮੇਰਾ ਇਸ ਤੋਂ ਵੀ ਬੁਰਾ ਹਾਲ ਕਰੇ ਜੇਕਰ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਮੂੰਹ ਵਿੱਚ ਰੋਟੀ ਦੀ ਬੁਰਕੀ ਪਾਵਾਂ। ਸਭ ਲੋਕਾਂ ਨੇ ਰਾਜਾ ਦੀ ਗੱਲ ਸੁਣੀ ਅਤੇ ਪਸੰਦ ਕੀਤੀ। ਲੋਕਾਂ ਨੂੰ ਹਮੇਸ਼ਾ ਰਾਜਾ ਦੀ ਗੱਲ ਚੰਗੀ ਲੱਗਦੀ ਸੀ। ਉਸ ਦਿਨ ਸਭ ਯਹੂਦਾ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਦਾਊਦ ਦਾ ਅਬਨੇਰ ਦੇ ਕਤਲ ਵਿੱਚ ਕੋਈ ਹੱਥ ਨਹੀਂ ਸੀ। ਰਾਜਾ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਜਾਣਦੇ ਨਹੀਂ ਹੋ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਇੱਕ ਮਹਾਨ ਹਸਤੀ ਮਾਰੀ ਗਈ ਹੈ। ਮੈਂ ਬੇਸ਼ੱਕ ਅਭਿਸ਼ੇਕ ਕੀਤਾ ਹੋਇਆ ਰਾਜਾ ਹਾਂ, ਪਰ ਫਿਰ ਵੀ ਮੈਂ ਅੱਜ ਕਮਜ਼ੋਰ ਹਾਂ। ਸੁਰਿਆ ਦੇ ਪੁੱਤਰ ਸੱਚਮੁੱਚ ਮੇਰੇ ਲਈ ਮੁਸੀਬਤ ਹਨ, ਪਰ ਪ੍ਰਭੂ ਆਪ ਦੁਸ਼ਟਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਦੇਵੇਗਾ। ਲੇਕਿਨ ਹਾਲੇ ਵੀ ਇੱਕ ਪ੍ਰੋਬਲਮ ਖੜੀ ਹੈ। ਸਾਊਲ ਦਾ ਜਿਹੜਾ ਬੇਟਾ ਆ ਇਸ ਬੋਸਤ ਉਹ ਹਾਲੇ ਵੀ ਰਾਜ ਕਰਦਾ ਪਿਆ, ਔਰ ਹੁਣ ਬੇਸਿਕਲੀ ਹੁਣ ਉਹ ਰਾਜਾ ਬਣਿਆ, ਅਬਨੇਰ ਮਰ ਗਿਆ। ਪਰ ਅਬਨੇਰ ਦੇ ਫਿਊਨਰਲ ਦੇ ਉੱਤੇ ਸਾਰੇ ਲੋਕ ਆਏ, ਸਾਰੇ ਇਜ਼ਰਾਈਲ ਦੇ ਲੋਕ ਆਏ, 12 ਦੇ 12 ਕਬੀਲਿਆਂ ਦੇ ਲੋਕ ਆਏ ਸੀ। ਔਰ ਜਿਸ ਵੇਲੇ ਜਿਸ ਤਰੀਕੇ ਦੇ ਨਾਲ ਰਾਜਾ ਨੇ ਉਸਨੂੰ ਤੋਰਿਆ, ਉਹ ਦੇਖ ਕੇ ਸਭ ਹੈਰਾਨ ਸੀ। ਪਰ ਇੱਕ ਚੀਜ਼ ਨਹੀਂ ਸਮਝਦੇ ਸੀ ਕਿ ਦਾਊਦ ਨੂੰ ਹਥਿਆਰ ਕਿਸ ਤਰ੍ਹਾਂ ਵਰਤਣੇ ਚਾਹੀਦੇ ਆ, ਜੰਗ ਕਿੱਦਾਂ ਲੜੀ ਜਾਂਦੀ ਆ, ਪੋਜੀਸ਼ਨਾਂ ਕਿੱਦਾਂ ਸੈੱਟ ਕੀਤੀਆਂ ਜਾਂਦੀਆਂ। ਇਹ ਸਭ ਕੁਝ ਅਬਨੇਰ ਨੇ ਸਿਖਾਇਆ ਸੀ। ਇਹ ਅਬਨੇਰ ਨੇ ਸਿਖਾਇਆ ਸੀ। ਦਾਊਦ ਨੂੰ ਦੌੜਨਾ ਪਿਆ, ਉਹ ਅਬਨੇਰ ਦੀ ਪ੍ਰੋਬਲਮ ਨਹੀਂ ਸੀ, ਉਹ ਅਸਲ ਦੇ ਵਿੱਚ ਸਾਊਲ ਦੀ ਪ੍ਰੋਬਲਮ ਸੀ। ਔਰ ਪ੍ਰਭੂ ਚਾਹੁੰਦਾ ਸੀ ਕਿ ਦਾਊਦ ਉੱਥੋਂ ਪਰਾਂ ਰਵੇ, ਲੇਕਿਨ ਉਸਨੇ ਆਪਣੇ ਧਰਤੀ ਦੇ ਉੱਤੇ ਉਸ ਗੁਰੂ ਦੀ ਕਿਸ ਤਰ੍ਹਾਂ ਉਸਨੇ ਉਸਨੂੰ ਤੋਰਿਆ, ਕਿੱਦਾਂ ਇੱਜ਼ਤ ਦੇ ਨਾਲ ਉਸਨੂੰ ਤੋਰਿਆ ਸਾਰਿਆਂ ਲੋਕਾਂ ਦੇ ਸਾਹਮਣੇ। ਇਸ ਨੂੰ ਦੇਖ ਕੇ ਲੋਕ ਬਹੁਤ ਹੈਰਾਨ ਸੀ। ਔਰ ਇਸ ਤਰ੍ਹਾਂ ਲੋਕਾਂ ਦਾ ਦਿਲ ਉਸਨੇ, ਸਾਰੇ ਲੋਕਾਂ ਦਾ ਦਿਲ ਉਸਨੇ ਜਿੱਤ ਲਿਆ। ਇਹ ਹੈ ਪ੍ਰਭੂ ਦੀ ਵੱਡੀ ਬਰਕਤ ਜੋ ਰਾਜਾ ਦਾਊਦ ਨੇ ਪ੍ਰਾਪਤ ਕੀਤੀ, ਕਿ ਸਭ ਲੋਕਾਂ ਦੀ ਸੰਗਤ ਰਾਜਾ ਦਾਊਦ ਨੂੰ ਹੁਣ ਮਿਲ ਗਈ ਹੈ। ਬਸ ਹੁਣ ਛੋਟੀ ਜਿਹੀ ਰੜਕ ਆ, ਉਹ ਜਿਸ ਵੇਲੇ ਨਿਕਲ ਗਏ ਤੇ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਚੌਥੇ ਚੈਪਟਰ 'ਚ ਅਸੀਂ ਆ ਗਏ, ਔਰ ਚੌਥੇ ਚੈਪਟਰ ਦੀਆਂ ਸਿਰਫ 12 ਆਇਤਾਂ ਇਸਨੂੰ ਜਿਸ ਨੂੰ ਮਿਲਦਾ ਇਸ ਨੂੰ ਪੜ੍ਹਦਾ। ਈਸ਼ਤਬੋਸ ਦਾ ਕਤਲ। ਜਦੋਂ ਸਾਊਲ ਦੇ ਪੁੱਤਰ ਈਸ਼ਤਬੋਸ ਨੇ ਸੁਣਿਆ ਕਿ ਹਬਰੋਨ ਵਿੱਚ ਅਬਨੇਰ ਮਾਰਿਆ ਗਿਆ ਤਾਂ ਉਹ ਬਹੁਤ ਡਰ ਗਿਆ ਅਤੇ ਸਭ ਇਜ਼ਰਾਈਲੀਆਂ ਉੱਤੇ ਵੀ ਭੈ ਛਾ ਗਿਆ। ਈਸ਼ਤਬੋਸ ਦੇ 2 ਅਧਿਕਾਰੀ ਬਾਨਾ ਅਤੇ ਰੇਕਾਬ ਸਨ। ਇਹ ਦੋਵੇਂ ਬੇਰੋਥ ਨਿਵਾਸੀ ਰੇਮੋਨ ਦੇ ਪੁੱਤਰ ਸਨ। ਰੇਮੋਨ ਇੱਕ ਬਿਨਯਾਮੀਨੀ ਸੀ।
ਕਿਉਂਕਿ ਬੇਰੋਤ ਬਿਨਯਾਮੀਨ ਦਾ ਹਿੱਸਾ ਹੀ ਮੰਨਿਆ ਗਿਆ ਸੀ। ਇਸ ਦੇ ਪੁਰਾਣੇ ਨਿਵਾਸੀ ਗਿਤਾਇਮ ਨੂੰ ਨੱਠ ਗਏ ਅਤੇ ਉਹ ਉੱਥੇ ਹੀ ਰਹੇ ਸਨ। ਸਾਊਲ ਦੇ ਟੱਬਰ ਦਾ ਇੱਕ ਹੋਰ ਮੈਂਬਰ ਪਿੱਛੇ ਬਚ ਗਿਆ ਸੀ, ਜੋ ਜੋਨਾਥਨ ਦਾ ਪੁੱਤਰ ਮਫੀਬੋਸ਼ਤ ਸੀ। ਜਦੋਂ ਸਾਊਲ ਅਤੇ ਜੋਨਾਥਨ ਦੇ ਮਰਨ ਦੀ ਖਬਰ ਇਜ਼ਰਾਇਲ ਤੋਂ ਮਿਲੀ ਸੀ ਤਾਂ ਉਸ ਦੀ ਉਮਰ 5 ਸਾਲ ਦੀ ਸੀ। ਇਹ ਖਬਰ ਮਿਲਣ ਤੇ ਮਫੀਬੋਸ਼ਤ ਦੀ ਦਾਈ ਉਸ ਨੂੰ ਲੈ ਕੇ ਫਰਾਰ ਹੋ ਗਈ। ਉਹ ਇੰਨੀ ਕਾਹਲੀ ਵਿੱਚ ਸੀ ਕਿ ਉਸ ਦੇ ਹੱਥੋਂ ਮਫੀਬੋਸ਼ਤ ਡਿੱਗ ਪਿਆ ਤੇ ਸੱਟ ਲੱਗਣ ਕਾਰਨ ਉਸ ਵੇਲੇ ਤੋਂ ਲੰਗੜ ਸੀ। ਤਦ ਦੋਵਾਂ ਭਰਾ ਰੇਕਾਬ ਅਤੇ ਬਾਨਾ ਦੁਪਹਿਰਾਂ ਦੇ ਵੇਲੇ ਈਸਤਬੋਸ਼ਤ ਦੇ ਘਰ ਗਏ, ਜਦੋਂ ਕਿ ਉਹ ਸੁੱਤਾ ਪਿਆ ਸੀ। ਈਸਤਬੋਸ਼ਤ ਦੇ ਕਮਰੇ ਦੀ ਰਖਵਾਲੀ ਕਰਨ ਵਾਲੀ ਦਾਸੀ ਉਸ ਵੇਲੇ ਕਣਕ ਸਾਫ਼ ਕਰ ਰਹੀ ਸੀ ਅਤੇ ਉਹ ਨੀਂਦ ਕਾਰਨ ਊਂਘ ਵੀ ਰਹੀ ਸੀ। ਸੋ ਰੇਕਾਬ ਅਤੇ ਬਾਨਾ ਚੁੱਪ ਕਰਕੇ ਈਸਤਬੋਸ਼ਤ ਦੇ ਕਮਰੇ ਵਿੱਚ ਚਲੇ ਗਏ। ਜਦੋਂ ਉਹ ਕਮਰੇ ਅੰਦਰ ਗਏ ਤਾਂ ਈਸਤਬੋਸ਼ਤ ਗੂੜੀ ਨੀਂਦੇ ਸੁੱਤਾ ਪਿਆ ਸੀ। ਸੋ ਉਹਨਾਂ ਨੇ ਉਸ ਨੂੰ ਸੁੱਤੇ ਪਿਆ ਕਤਲ ਕਰ ਦਿੱਤਾ ਅਤੇ ਉਸ ਦੇ ਧੜ ਨਾਲ ਉਸ ਦਾ ਸਿਰ ਵੱਖ ਕਰ ਲਿਆ। ਫਿਰ ਉਹ ਦੋਵੇਂ ਉਸ ਦਾ ਸਿਰ ਲੈ ਕੇ ਖੁੱਲੇ ਮੈਦਾਨ ਦੇ ਵਿੱਚੋਂ ਦੀ ਨੱਠੇ। ਸੋ ਉਹ ਵੀ ਈਸਤਬੋਸ਼ਤ ਦੇ ਸਿਰ ਨੂੰ ਲੈ ਕੇ ਹਬਰੋਨ ਵਿੱਚ ਦਾਊਦ ਕੋਲ ਪਹੁੰਚੇ ਅਤੇ ਉਸ ਨੂੰ ਕਿਹਾ, ਤੁਹਾਡੇ ਵੈਰੀ ਸਾਊਲ ਦੇ ਪੁੱਤਰ ਦਾ ਇਹ ਸਿਰ ਹੈ। ਉਸਨੇ ਤੁਹਾਨੂੰ ਮਾਰਨਾ ਚਾਹਿਆ ਸੀ, ਪਰ ਪ੍ਰਭੂ ਨੇ ਅੱਜ ਸਾਡੇ ਪ੍ਰਤਾਪੀ ਰਾਜੇ ਦਾ ਬਦਲਾ ਸਾਊਲ ਤੋਂ ਅਤੇ ਉਸਦੇ ਵੰਸ਼ ਤੋਂ ਲਿਆ ਹੈ। ਦਾਊਦ ਨੇ ਉਹਨਾਂ ਨੂੰ ਉੱਤਰ ਦਿੱਤਾ, ਜਿਉਂਦੇ ਪ੍ਰਭੂ ਦੀ ਸਹੁੰ ਜਿਸ ਨੇ ਮੈਨੂੰ ਸਭ ਤਰ੍ਹਾਂ ਦੇ ਖਤਰਿਆਂ ਤੋਂ ਅੱਜ ਤੱਕ ਬਚਾਇਆ ਹੈ। ਤੁਸੀਂ ਸਭ ਜਾਣਦੇ ਹੋ ਕਿ ਜਦੋਂ ਇੱਕ ਆਦਮੀ ਨੇ ਆ ਕੇ ਮੈਨੂੰ ਸਾਊਲ ਦੇ ਮਰਨ ਦੀ ਖਬਰ ਦਿੱਤੀ ਸੀ ਅਤੇ ਉਸਨੇ ਸੋਚਿਆ ਸੀ ਉਹ ਮੈਨੂੰ ਚੰਗੀ ਖਬਰ ਦੇ ਰਿਹਾ ਹੈ, ਪਰ ਮੈਂ ਉਸਨੂੰ ਫੜ ਕੇ ਸਿਕਲਾਗ ਵਿੱਚ ਕਤਲ ਕਰ ਦਿੱਤਾ ਸੀ। ਉਸ ਦੀ ਚੰਗੀ ਖਬਰ ਦਾ ਇਹੀ ਉਹਨਾਂ ਨੂੰ ਇਨਾਮ ਮਿਲਿਆ ਸੀ। ਫਿਰ ਤੁਹਾਡੇ ਕੀਤੇ ਦਾ ਕਿੰਨਾ ਅਧਿਕ ਬਦਲਾ ਲਿਆ ਜਾਵੇਗਾ, ਜਿਨ੍ਹਾਂ ਨੇ ਇੱਕ ਮਾਸੂਮ ਨੂੰ ਮੇਰੇ ਕਮਰੇ ਵਿੱਚ ਸੁੱਤਿਆਂ ਪਿਆ ਹੀ ਕਤਲ ਕਰ ਦਿੱਤਾ। ਮੈਂ ਤੁਹਾਡਾ ਇਸ ਧਰਤੀ ਤੋਂ ਨਾ ਪਤਾ ਹੀ ਨਾਸ਼ ਕਰ ਦੇਵਾਂਗਾ। ਫਿਰ ਦਾਊਦ ਨੇ ਆਪਣੇ ਜਵਾਨਾਂ ਨੂੰ ਰੇਕਾਬ ਅਤੇ ਬਾਨਾ ਨੂੰ ਕਤਲ ਕਰਨ ਦੀ ਆਗਿਆ ਦਿੱਤੀ, ਜਿਨ੍ਹਾਂ ਨੂੰ ਉਹਨਾਂ ਦੋਵਾਂ ਦੇ ਹੱਥ ਪੈਰ ਤੇ ਸਿਰ ਵੱਢ ਕੇ ਹਬਰੋਨ ਦੇ ਬਾਹਰਲੇ ਤਲਾਅ ਦੇ ਕੰਢੇ ਉੱਤੇ ਟੰਗ ਦਿੱਤੇ। ਪਰ ਉਹਨਾਂ ਨੇ ਈਸਤਬੋਸ਼ਤ ਦਾ ਸਿਰ ਲੈ ਕੇ ਅਬਨੇਰ ਦੀ ਕਬਰ ਵਿੱਚ ਦਫਨਾ ਦਿੱਤਾ। So that was another victory. ਵਿਕਟਰੀ ਇਹ ਨਹੀਂ ਕਿ ਉਹਦਾ ਪੁੱਤਰ ਮਾਰਿਆ ਗਿਆ, ਵਿਕਟਰੀ ਇਹ ਹੈ ਕਿ ਲੋਕਾਂ ਦੇ ਦਿਲ ਦੇ ਵਿੱਚ ਇੱਕ ਵਾਰ ਫਿਰ ਦਾਊਦ ਦਾ ਮਾਣ ਬਣ ਗਿਆ। ਦਾਊਦ ਨੇ ਕਿਹਾ, ਤੁਸੀਂ ਸੁਣਿਆ ਨਹੀਂ ਇਸੇ ਕਰਕੇ ਅਸੀਂ ਦੁਆਰਾ ਉਹ ਹਿੱਸਾ ਪੜ੍ਹਿਆ ਸੀ ਪਿਛਲੀ ਵਾਰੀ ਕ੍ਰੋਨਿਕਲਸ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ ਪੜ੍ਹਿਆ ਸੀ। ਉੱਥੇ ਇੱਕ ਜਾ ਕੇ ਜਿਹੜਾ ਦਾਊਦ ਦੇ ਕੋਲ ਮੁਕਟ ਲੈ ਕੇ ਗਿਆ, ਦਾਊਦ ਉਸ ਦੇ ਹੱਥ ਦਾ ਕੜਾ ਲੈ ਕੇ ਗਿਆ ਔਰ ਸਾਰੀਆਂ ਚੀਜ਼ਾਂ ਜਿਸ ਲਈ ਲੈ ਕੇ ਗਿਆ ਤਾਂ ਉਹਨੇ ਕਿਹਾ ਵੀ ਮੈਨੂੰ ਮਾਰ ਦੇ, ਤਾਂ ਫਿਰ ਮੈਂ ਉਸਨੂੰ ਮਾਰ ਦਿੱਤਾ। ਉਹਨੇ ਕਿਹਾ, ਤੂੰ ਹੁੰਨਾ ਕੌਣ ਆ? ਪਰਮੇਸ਼ਰ ਦੇ ਚੁਣੇ ਹੋਏ ਤੇ ਤੂੰ ਹੱਥ ਚੁੱਕਿਆ? ਜੇ ਉਹਨੂੰ ਮਾਰਨਾ ਹੁੰਦਾ ਤਾਂ ਮੈਂ ਮਾਰ ਸਕਦਾ ਸੀ, ਆਪ ਮਾਰ ਸਕਦਾ ਸੀ। ਔਰ ਦੂਸਰਾ, ਉਹ ਝੂਠ ਬੋਲਿਆ ਸੀ, ਕਿਉਂਕਿ ਸਾਊਲ ਕਦੀ ਵੀ ਇੱਕ ਗੈਰ ਯਹੂਦੀ ਨੂੰ ਇਹ ਨਹੀਂ ਕਹਿ ਸਕਦਾ, ਇੱਕ ਗੈਰ ਇਜ਼ਰਾਈਲੀ ਨੂੰ ਨਹੀਂ ਇਹ ਕਹਿ ਸਕਦਾ, ਇੱਕ ਅਮਾਲੇਕੀ ਨੂੰ ਨਹੀਂ ਇਹ ਕਹਿ ਸਕਦਾ ਕਿ ਤੂੰ ਮੇਰੇ ਤੇ ਤਲਵਾਰ ਚਲਾ। ਇਸ ਕਰਕੇ ਉਹ ਮਾਰਿਆ ਗਿਆ। ਇਹਨਾਂ ਨੇ ਸੋਚਿਆ ਵੀ ਪਤਾ ਨਹੀਂ ਸਾਨੂੰ ਕਿੱਡਾ ਵੱਡਾ ਇਨਾਮ ਮਿਲਣਾ ਜੇ ਦਾਊਦ ਕੋ ਜਾਣਾ, ਲੇਕਿਨ ਸਾਮ 101 ਦੀ ਜੋ ਉਸਨੇ ਪ੍ਰਭੂ ਦੇ ਨਾਲ ਵਾਅਦਾ ਕੀਤਾ, ਉਹਦੇ ਵਿੱਚ ਦਾਊਦ ਉਸ ਵਾਅਦੇ ਨੂੰ ਪੂਰਾ ਕਰਦਾ ਗਿਆ। ਔਰ ਦਿਨ ਬ ਦਿਨ ਉਸਦਾ ਇਹਨਾਂ ਚੀਜ਼ਾਂ ਦੇ ਨਾਲ ਦਿਨ ਬ ਦਿਨ ਉਸਦਾ ਜਿਹੜਾ ਮਾਣ ਉਹ ਲੋਕਾਂ ਦੇ ਵਿੱਚ ਵੱਧਦਾ ਗਿਆ। ਦਾਊਦ ਤਕੜਾ ਆ, ਚਾਹੇ ਤਾਂ ਇੱਕੋ ਹੀ ਹਮਲੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰ ਸਕਦਾ, ਲੇਕਿਨ ਨਹੀਂ, ਜਿੰਨੀ ਦੇਰ ਤੱਕ ਪ੍ਰਭੂ ਨੇ ਨਹੀਂ ਦੇਣਾ ਉਨੀ ਦੇਰ ਤੱਕ ਮੈਂ ਲੈਣਾ ਨਹੀਂ, ਉਨੀ ਦੇਰ ਤੱਕ ਨਹੀਂ ਲੈਣਾ। ਯਹੂਦਾ ਕਬੀਲੇ ਦੇ ਲੋਕ ਵੀ ਆਪ ਉਹਦੇ ਕੋਲ ਗਏ ਸੀ ਤੇ ਉਸ ਨੂੰ ਆਪਣਾ ਰਾਜਾ ਬਣਾਇਆ। ਹੁਣ ਅਸੀਂ ਇਹ ਦੇਖਾਂਗੇ ਕਿ ਬਾਕੀ ਕਬੀਲਿਆਂ ਦੇ ਲੋਕ ਕੀ ਕਰਦੇ। ਸੋ 5ਵਾਂ ਚੈਪਟਰ ਤੇ ਆਪਾਂ ਆ ਗਏ। 5ਵਾਂ ਚੈਪਟਰ, ਇਹ ਛੋਟੇ ਚੈਪਟਰ ਹੁਣ ਆ ਗਏ ਸਾਰੇ। 5ਵਾਂ ਚੈਪਟਰ, ਆਓ ਅਸੀਂ ਇਸ ਦੀਆਂ ਪਹਿਲੀਆਂ 16 ਆਇਤਾਂ ਮੈਂ ਪੜ੍ਹ ਦਿੰਦਾ ਪਾਸਟਰ ਜੀ। ਦਾਊਦ ਦਾ ਇਜ਼ਰਾਇਲ ਤੇ ਯਹੂਦਾ ਦਾ ਰਾਜਾ ਬਣਨਾ।
ਤਦ ਇਜ਼ਰਾਇਲ ਦੇ ਸਾਰੇ ਕਬੀਲਿਆਂ ਦੇ ਲੋਕ ਦਾਊਦ ਕੋਲ ਹਬਰੋਨ ਵਿੱਚ ਆਏ ਅਤੇ ਬੋਲੇ, ਅਸੀਂ ਤੇਰੀ ਹੱਡੀ ਅਤੇ ਮਾਸ ਹਾਂ। ਸਾਊਲ ਦੇ ਜਿਉਂਦੇ ਹੁੰਦਿਆਂ ਹੀ ਤੂੰ ਸਾਡੀ ਅੰਦਰ ਬਾਹਰ ਅਗਵਾਈ ਕਰਦਾ ਸੈਂ ਅਤੇ ਤੈਨੂੰ ਪ੍ਰਭੂ ਨੇ ਕਿਹਾ, ਤੂੰ ਮੇਰੇ ਲੋਕਾਂ ਦੀ ਚਰਵਾਹੇ ਦੇ ਵਾਂਗ ਅਗਵਾਈ ਕਰੇਂਗਾ ਅਤੇ ਉਹਨਾਂ ਉੱਤੇ ਰਾਜ ਕਰੇਂਗਾ। ਸੋ ਇਜ਼ਰਾਇਲ ਦੇ ਸਾਰੇ ਆਗੂ ਹਬਰੋਨ ਵਿੱਚ ਰਾਜਾ ਕੋਲ ਆਏ ਅਤੇ ਉਸਨੇ ਉਹਨਾਂ ਨਾਲ ਪ੍ਰਭੂ ਸਾਹਮਣੇ ਇੱਕ ਨੇਮ ਬੰਨਿਆ ਅਤੇ ਉਸ ਦਾ ਸਾਰੇ ਇਜ਼ਰਾਇਲ ਦਾ ਰਾਜਾ ਹੋਣ ਦੇ ਲਈ ਅਭਿਸ਼ੇਕ ਕੀਤਾ। ਦਾਊਦ ਜਦੋਂ ਰਾਜਾ ਬਣਿਆ ਤਾਂ ਉਸ ਦੀ ਉਮਰ 30 ਸਾਲ ਦੀ ਸੀ ਅਤੇ ਉਸਨੇ 40 ਸਾਲ ਰਾਜ ਕੀਤਾ। ਉਸਨੇ 7.5 ਸਾਲ ਹਬਰੋਨ ਵਿੱਚ ਰਹਿ ਕੇ ਉਹਨਾਂ ਤੇ ਰਾਜ ਕੀਤਾ ਅਤੇ 33 ਸਾਲ ਯਰੂਸ਼ਲਮ ਵਿੱਚ। ਤਦ ਦਾਊਦ ਨੇ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਯਰੂਸ਼ਲਮ ਉੱਤੇ ਹੱਲਾ ਬੋਲਿਆ। ਯਰੂਸ਼ਲਮ ਦੇ ਨਿਵਾਸੀ ਯਬੂਸੀ ਲੋਕ ਸੋਚਦੇ ਸਨ ਕਿ ਦਾਊਦ ਯਰੂਸ਼ਲਮ ਨੂੰ ਨਹੀਂ ਜਿੱਤ ਸਕੇਗਾ। ਇਸ ਲਈ ਉਹਨਾਂ ਦਾਊਦ ਨੂੰ ਕਿਹਾ, ਤੂੰ ਇੱਥੇ ਨਹੀਂ ਆ ਸਕੇਗਾ। ਤੈਨੂੰ ਇੱਥੇ ਆਉਣ ਤੋਂ ਰੋਕਣ ਲਈ ਤਾਂ ਇੱਥੇ ਦੇ ਅੰਨੇ ਤੇ ਲੰਗੇ ਹੀ ਕਾਫੀ ਹਨ। ਪਰ ਦਾਊਦ ਨੇ ਸਿਯੋਨ ਦਾ ਕਿਲਾ ਜਿੱਤ ਲਿਆ ਅਤੇ ਪਿੱਛੋਂ ਇਹੋ ਹੀ ਦਾਊਦ ਦੇ ਸ਼ਹਿਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਸ ਦਿਨ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, ਮੈਨੂੰ ਯਬੂਸੀ ਲੋਕਾਂ ਨਾਲ ਬਹੁਤ ਘਿਰਣਾ ਹੈ, ਇਸ ਲਈ ਤੁਸੀਂ ਜਾ ਕੇ ਉਹਨਾਂ ਨੂੰ ਮਾਰ ਸੁੱਟੋ। ਤੁਸੀਂ ਜਿੱਥੇ ਦੀ ਪਾਣੀ ਨਿਕਲਦਾ ਹੈ ਉੱਥੇ ਦੀ ਅੰਦਰ ਜਾ ਕੇ ਅੰਨਿਆਂ ਅਤੇ ਲੰਗਿਆਂ ਉੱਤੇ ਹੱਲਾ ਬੋਲੋ। ਇਸ ਦੇ ਪਿੱਛੋਂ ਇਹ ਕਹਾਵਤ ਚੱਲੀ, ਅੰਨੇ ਤੇ ਲੰਗੇ ਪ੍ਰਭੂ ਦੇ ਘਰ ਦੇ ਅੰਦਰ ਦਾਖਲ ਨਹੀਂ ਹੋਣਗੇ। ਦਾਊਦ ਕਿਲੇ ਉੱਤੇ ਕਬਜ਼ਾ ਕਰਨ ਦੇ ਪਿੱਛੋਂ ਉਸ ਦੇ ਅੰਦਰ ਰਿਹਾ ਅਤੇ ਉਸਨੇ ਉਸ ਦਾ ਨਾਮ ਦਾਊਦ ਦਾ ਸ਼ਹਿਰ ਰੱਖਿਆ। ਉਸਨੇ ਸ਼ਹਿਰ ਦੀ ਉਸਾਰੀ ਪਹਾੜ ਦੇ ਪੂਰਬੀ ਪਾਸੇ ਦੀ ਉਸ ਥਾਂ ਤੋਂ ਸ਼ੁਰੂ ਕਰਕੇ ਕੀਤੀ ਜੋ ਭਰਿਆ ਪਿਆ ਸੀ। ਦਾਊਦ ਹਰ ਦਿਨ ਮਜ਼ਬੂਤ ਹੁੰਦਾ ਗਿਆ ਕਿਉਂਕਿ ਮਹਾਨ ਪ੍ਰਭੂ ਪਰਮੇਸ਼ਵਰ ਉਸ ਦੇ ਨਾਲ ਸੀ। ਸੋਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਸੰਦੇਸ਼ਵਾਹਕ ਅਤੇ ਉਸ ਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜੀ, ਤਰਖਾਣ ਅਤੇ ਪੱਥਰ ਘੜਨ ਵਾਲੇ ਵੀ ਘੱਲੇ। ਤਦ ਦਾਊਦ ਜਾਣ ਗਿਆ ਕਿ ਪ੍ਰਭੂ ਨੇ ਉਸ ਦਾ ਇਜ਼ਰਾਈਲ ਉੱਤੇ ਰਾਜ ਸਥਾਪਿਤ ਕਰ ਦਿੱਤਾ ਹੈ ਅਤੇ ਪ੍ਰਭੂ ਆਪਣੇ ਲੋਕਾਂ ਕਾਰਨ ਉਸ ਦੇ ਰਾਜ ਨੂੰ ਵਧਾ ਫੁਲਾ ਰਿਹਾ ਹੈ। ਹਬਰੋਨ ਤੋਂ ਯਰੂਸ਼ਲਮ ਵਿੱਚ ਆ ਕੇ ਵਸਣ ਦੇ ਪਿੱਛੋਂ ਦਾਊਦ ਨੇ ਹੋਰ ਬਹੁਤ ਸਾਰੀਆਂ ਔਰਤਾਂ ਨਾਲ ਵਿਆਹ ਕੀਤੇ ਅਤੇ ਉਸ ਦੇ ਘਰ ਹੋਰ ਬਹੁਤ ਸਾਰੇ ਧੀਆਂ ਪੁੱਤਰਾਂ ਨੇ ਜਨਮ ਲਿਆ। ਯਰੂਸ਼ਲਮ ਵਿੱਚ ਉਸ ਦੇ ਘਰ ਜੰਮੀ ਸੰਤਾਨ ਦੇ ਇਹ ਨਾਂ ਸਨ, ਸ਼ਮੂਆ, ਸ਼ੋਬਾਬ, ਨਥਾਨ, ਸੋਲੇਮਾਨ, ਯਬਹਾਰ, ਅਲੀਸ਼ੂਆ, ਨਫਗ, ਯਾਫੀਆ, ਅਲੀਸ਼ਮਾ, ਅਲਿਆਦਾ ਅਤੇ ਅਲੀਫਾਲਟ। ਪਰ ਨਾਂ ਪਰ ਰੱਖਣੇ ਨਹੀਂ ਨਿਆਣਿਆਂ ਦੇ। ਪ੍ਰਭੂ ਦੇ ਵਚਨ ਦੇ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਪ੍ਰਭੂ ਉਸ ਨੂੰ ਬਤਾ ਰਿਹਾ। ਸੋ ਉਸ ਨੂੰ ਹੁਣ ਬਾਕੀ ਦੇ ਇਜ਼ਰਾਇਲ ਦੇ ਬਜ਼ੁਰਗ ਆਏ, ਬਾਕੀ ਦੇ 11 ਟਰਾਈਬਾਂ ਦੇ ਜਿਹੜੇ ਬਜ਼ੁਰਗ ਆ ਉਹ ਆਏ ਆ ਔਰ ਉਹਨਾਂ ਨੇ ਆ ਕੇ ਦਾਊਦ ਨੂੰ ਕਿਹਾ ਕਿ ਤੂੰ ਸਾਡਾ ਰਾਜਾ ਤੂੰ ਬਣ, ਕਿਉਂਕਿ ਪ੍ਰਭੂ ਨੇ ਤੈਨੂੰ ਚੁਣਿਆ ਕਿ ਤੂੰ ਸਾਡੀ ਇੱਕ ਚਰਵਾਹੇ ਦੇ ਵਾਂਗ ਤੂੰ ਸਾਡੀ ਦੇਖਭਾਲ ਕਰੇਗਾ। ਸੋ ਇਸ ਕਰਕੇ ਦਾਊਦ ਨੂੰ ਚਰਵਾਹਾ ਰਾਜਾ ਕਿਹਾ ਜਾਂਦਾ ਹਮੇਸ਼ਾ, ਜਿਸਨੇ ਆਪਣੀਆਂ ਭੇਡਾਂ ਨੂੰ ਆਪਣੇ ਰਾਜ ਦੇ ਲੋਕਾਂ ਨੂੰ ਜਿਸਨੇ ਇੱਕ ਚੰਗਾ ਰਾਜਾ ਦਿੱਤਾ ਔਰ ਉਹਦੇ ਕਾਰਨ ਲੋਕਾਂ ਦੇ ਵਿੱਚ ਉਸ ਦਾ ਮਾਣ ਵਧਣਾ ਸ਼ੁਰੂ ਹੋ ਗਿਆ। ਉਹਦੇ ਕਾਰਨ ਜਿਸ ਤਰ੍ਹਾਂ ਹੁਣ ਇਸ ਤੋਂ ਬਾਅਦ ਜਿਹੜੀ ਖਾਸ ਚੀਜ਼ ਇਹ ਸੀ ਕਿ ਸਿਰਫ ਤੇ ਸਿਰਫ ਇਜ਼ਰਾਈਲੀਆਂ ਨੇ ਉਸ ਨੂੰ ਰਾਜਾ ਨਹੀਂ ਬਣਾ ਲਿਆ, ਹੁਣ ਦੂਸਰੇ ਰਾਜਾਂ ਦੇ ਲੋਕ ਵੀ ਦਾਊਦ ਦੇ ਨਾਲ ਆਪਣਾ ਰਿਸ਼ਤਾ ਠੀਕ ਕਰਨਾ ਮੰਗਦੇ ਪਏ। ਸੋ ਸ਼ੋਰ ਦੇ ਰਾਜਾ ਨੂੰ ਇਹ ਹੀਰਾਮ ਨੂੰ ਇਹ ਹੈਗਾ ਕਿ ਕਿਤੇ ਹੁਣ ਇਹ ਸਾਡੇ ਉੱਤੇ ਹਮਲਾ ਨਾ ਕਰੇ। ਜਿਹੜੇ ਉਹ ਰਾਜੇ ਇਕੱਠੇ ਹੋ ਕੇ ਸਾਊਲ ਦੇ ਨਾਲ ਲੜਨ ਆਏ ਸੀ, ਹੁਣ ਉਹਨਾਂ ਚੋਂ ਸਾਰੇ ਆਪਣਾ ਰਾਜ ਬਚਾਉਂਦੇ ਪਏ। ਸਾਰਿਆਂ ਨੂੰ ਇਹ ਪਈ ਹੋਇਆ ਕਿ ਹੁਣ ਇਹ ਕਿਤੇ ਸਾਡੇ ਉੱਤੇ ਹਮਲਾ ਕਰਕੇ ਤਾਂ ਹੁਣ ਇਹ ਸਾਨੂੰ ਕੱਲੇ ਨੂੰ ਆ ਕੇ ਇਹ ਆਪਣਾ ਰਾਜ ਇੱਥੇ ਨਾ ਸਥਾਪਿਤ ਕਰ ਲਏ। ਸੋ ਜਿਸ ਲਈ ਉਹਨਾਂ ਚੋਂ ਇੱਕ ਨੇ ਇੱਕ ਕਦਮ ਚੁੱਕਿਆ ਤਾਂ ਦੂਸਰੇ ਪਾਸੇ ਹੁਣ ਜਿਹੜੇ ਬਾਕੀ ਦੇ ਆ ਉਹ ਵੀ ਇਹ ਸੋਚਦੇ ਪਏ ਕਿ ਹੁਣ ਕੀ ਕਰਨਾ ਚਾਹੀਦਾ। ਉਸਨੇ ਕੀ ਕੀਤਾ, ਦੇਖੋ ਉਸਨੇ ਜਿੰਨੀ ਲੱਕੜੀ, ਜਿੰਨੇ ਪੱਥਰ, ਜਿੰਨੀਆਂ ਚੀਜ਼ਾਂ ਰਾਜਾ ਦੇ ਮਹਿਲ ਦੇ ਲਈ ਚਾਹੀਦੀਆਂ ਸੀ ਸਾਰੇ ਘੱਲ ਦਿੱਤੇ ਔਰ ਬੰਦੇ ਜਿਹੜੇ ਬਣਾਉਣ ਵਾਲੇ ਸੀ ਉਹ ਵੀ ਘੱਲ ਦਿੱਤੇ। ਔਰ ਇਸ ਤਰ੍ਹਾਂ ਰਾਜਾ ਦਾਊਦ ਦਾ ਜਿਹੜਾ ਪ੍ਰਭਾਵ ਆ ਉਹ ਤੁਸੀਂ ਦੇਖ ਸਕਦੇ ਆ ਕਿ ਕਿੱਦਾਂ ਪ੍ਰਭੂ ਨੇ ਉਸਨੂੰ ਬਰਕਤ ਦਿੱਤੀ। ਔਰ ਉਸ ਤੋਂ ਬਾਅਦ ਫਲਸਤੀਨੀਆਂ ਨੇ ਲੜਾਈਆਂ ਲੜੀਆਂ, ਦਾਊਦ ਦੀਆਂ ਜਿੱਤਾਂ। ਸੋ ਅਸੀਂ ਇਸ ਪਾਸੇ ਨਹੀਂ ਜਾਵਾਂਗੇ ਹਾਲੇ।
ਅਸੀਂ ਆਓ ਅਸੀਂ ਜਿਹੜੇ ਸਾਊਲ ਦੇ ਸਮੇਂ ਜਿਹੜੇ ਉਹਨਾਂ ਨੇ, ਤੁਸੀਂ ਆਪ ਉਸ ਨੂੰ ਪੜ੍ਹ ਸਕਦੇ ਆ, ਸਾਊਲ ਦੇ ਸਮੇਂ ਦੇ ਵਿੱਚ ਜਿਹੜਾ ਹੱਲਾ ਕਰਕੇ ਜਿਨ੍ਹਾਂ ਸ਼ਹਿਰਾਂ ਦੇ ਉੱਤੇ ਉਹਨਾਂ ਨੇ ਕਬਜ਼ੇ ਕਰ ਲਏ ਸੀ, ਦਾਊਦ ਨੇ ਉਹ ਸਾਰੇ ਸ਼ਹਿਰ ਛੁਡਾ ਲਏ। ਔਰ ਜਿਹੜੇ ਕੰਢਿਆਂ ਦੇ ਉੱਤੇ ਰਾਜ ਸੀ, ਜਿਨ੍ਹਾਂ ਦਾ ਕੋਈ ਪਤਾ ਨਹੀਂ ਸੀ ਵੀ ਕਿੱਧਰ ਨੂੰ ਜਾਣੇ ਆ, ਉੱਥੇ ਉਹਨਾਂ ਸਾਰਿਆਂ ਇਲਾਕਿਆਂ ਤੇ ਦਾਊਦ ਨੇ ਆਪਣਾ ਰਾਜ ਪੱਕਾ ਕਰ ਲਿਆ। ਸੋ ਦੈਟਸ ਵਾਟ ਇਟਸ ਸੇਇੰਗ। ਸੋ ਲੇਕਿਨ ਆਓ ਹੁਣ ਅਸੀਂ 6ਵੇਂ ਚੈਪਟਰ ਦੇ ਵਿੱਚ ਆਏ ਆ ਕਿ ਨੇਮ ਦਾ ਸੰਦੂਕ ਹੁਣ ਪ੍ਰਭੂ ਦੇ ਘਰ ਵਾਪਸ ਆ ਰਿਹਾ, ਐਂਡ ਦੈਟ ਇਜ਼ ਅ ਵੰਡਰਫੁਲ ਥਿੰਗ। ਆਓ ਅਸੀਂ ਇਸ ਨੂੰ ਇਹਦਾ 6ਵਾਂ ਭਾਵ ਇਸ ਨੂੰ ਦੇਖੀਏ। 6ਵਾਂ ਭਾਵ ਪਹਿਲੀਆਂ 12 ਆਇਤਾਂ 13 ਆਇਤਾਂ ਜਿਸ ਨੂੰ ਵੀ ਮਿਲ ਜਾਏ, ਪਹਿਲਾਂ ਉਹ 15 ਤੱਕ ਪੜ੍ਹ ਦਿਓ। ਨੇਮ ਦੇ ਸੰਦੂਕ ਦਾ ਵਾਪਸ ਯਰੂਸ਼ਲਮ ਵਿੱਚ ਲਿਆਉਣਾ। ਦਾਊਦ ਨੇ ਇੱਕ ਵਾਰ ਫਿਰ ਇਜ਼ਰਾਈਲ ਦੇ ਚੁਣੇ ਹੋਏ 30,000 ਜਵਾਨਾਂ ਨੂੰ ਇਕੱਠਿਆਂ ਕੀਤਾ ਅਤੇ ਉਹ ਬਹਾਲੇ ਯਹੂਦਾ ਤੋਂ ਉੱਠ ਕੇ ਉਹਨਾਂ ਚੁਣੇ ਹੋਏ ਜਵਾਨਾਂ ਨਾਲ ਗਿਆ ਕਿ ਜਾ ਕੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਲਿਆਏ। ਇਹ ਨੇਮ ਦਾ ਸੰਦੂਕ ਉਸ ਮਹਾਨ ਪ੍ਰਭੂ ਦੇ ਨਾਂ ਦਾ ਕਹਾਉਂਦਾ ਹੈ ਜੋ ਕਰੂਬੀਆਂ ਉੱਤੇ ਵਿਰਾਜਮਾਨ ਰਹਿੰਦਾ ਹੈ। ਸੋ ਉਹਨਾਂ ਨੇ ਅਬੀਨਾਦਾਬ ਦੇ ਘਰੋਂ ਜੋ ਪਹਾੜ ਉੱਤੇ ਸੀ ਨੇਮ ਦਾ ਸੰਦੂਕ ਚੁੱਕ ਕੇ ਨਵੇਂ ਗੱਡੇ ਉੱਤੇ ਰੱਖ ਦਿੱਤਾ। ਅਬੀਨਾਦਾਬ ਦੇ 2 ਪੁੱਤਰ ਉਜ਼ਾ ਅਤੇ ਅਹਿਓ ਉਸ ਗੱਡੇ ਦੀ ਅਗਵਾਈ ਕਰਨ ਲੱਗੇ। ਅਹਿਓ ਗੱਡੇ ਦੇ ਅੱਗੇ ਚੱਲਣ ਲੱਗਾ। ਤਦ ਦਾਊਦ ਅਤੇ ਸਾਰੇ ਇਜ਼ਰਾਈਲੀ ਪ੍ਰਭੂ ਦੇ ਸਾਹਮਣੇ ਨੱਚਦੇ ਤੇ ਗਾਉਂਦੇ ਖੁਸ਼ੀ ਦੇ ਨਾਅਰੇ ਮਾਰਦੇ ਚੱਲੇ। ਉਹ ਹਰ ਤਰ੍ਹਾਂ ਦੇ ਸਾਜ਼, ਬੀਨ, ਬਰਬਤ, ਖੰਜਰੀਆਂ, ਚਿਮਟੇ ਤੇ ਛੈਣੇ ਵਜਾ ਰਹੇ ਸਨ। ਫਿਰ ਜਦੋਂ ਨਾਕੋਨ ਦੇ ਪੇੜ ਕੋਲ ਪਹੁੰਚੇ ਤਾਂ ਉਜ਼ਾ ਨੇ ਅਗਾਂਹ ਹੱਥ ਵਧਾ ਕੇ ਪਰਮੇਸ਼ਵਰ ਦੇ ਪਵਿੱਤਰ ਸੰਦੂਕ ਨੂੰ ਸੰਭਾਲਣਾ ਚਾਹਿਆ, ਕਿਉਂਕਿ ਬਲਦ ਠੇਡਾ ਖਾਣ ਕਾਰਨ ਤਰਬਕ ਗਏ ਸਨ। ਪਰ ਪ੍ਰਭੂ ਪਰਮੇਸ਼ਵਰ ਦਾ ਗੁੱਸਾ ਤੁਰੰਤ ਉਜ਼ਾ ਉੱਤੇ ਭੜਕਿਆ, ਕਿਉਂਕਿ ਉਸਨੇ ਉਸਦਾ ਅਪਮਾਨ ਕੀਤਾ ਸੀ ਅਤੇ ਉਹ ਪਵਿੱਤਰ ਸੰਦੂਕ ਦੇ ਕੋਲ ਹੀ ਮਰ ਗਿਆ। ਇਸੇ ਕਾਰਨ ਉਸ ਥਾਂ ਦਾ ਨਾਂ ਪਰਸ ਉਜ਼ਾ ਪੈ ਗਿਆ ਜੋ ਅੱਜ ਤੱਕ ਹੈ। ਇਹ ਦੇਖ ਕੇ ਦਾਊਦ ਬਹੁਤ ਦੁਖੀ ਹੋਇਆ, ਕਿਉਂਕਿ ਪ੍ਰਭੂ ਨੇ ਕ੍ਰੋਧਿਤ ਹੋ ਕੇ ਉਜ਼ਾ ਨੂੰ ਸਜ਼ਾ ਦਿੱਤੀ ਸੀ। ਉਹ ਉਸ ਦਿਨ ਡਰ ਵੀ ਗਿਆ ਸੀ। ਸੋ ਉਸਨੇ ਕਿਹਾ, ਮੈਂ ਪ੍ਰਭੂ ਦੇ ਪਵਿੱਤਰ ਸੰਦੂਕ ਨੂੰ ਆਪਣੇ ਕੋਲ ਕਿਸ ਤਰ੍ਹਾਂ ਰੱਖ ਸਕਦਾ ਹਾਂ। ਸੋ ਦਾਊਦ ਨੇ ਪ੍ਰਭੂ ਦੇ ਪਵਿੱਤਰ ਸੰਦੂਕ ਨੂੰ ਆਪਣੇ ਸ਼ਹਿਰ ਯਰੂਸ਼ਲਮ ਵਿੱਚ ਨਾ ਲੈ ਗਿਆ, ਸਗੋਂ ਉੱਥੋਂ ਪਵਿੱਤਰ ਸੰਦੂਕ ਨੂੰ ਇੱਕ ਪਾਸੇ ਲਿਜਾ ਕੇ ਉਬੇਦ ਅਦੋਮ ਗਿੱਤੀ ਦੇ ਘਰ ਰੱਖ ਦਿੱਤਾ। ਉਬੇਦ ਅਦੋਮ ਗਿੱਤੀ ਦੇ ਘਰ ਪਵਿੱਤਰ ਸੰਦੂਕ 3 ਮਹੀਨੇ ਰਿਹਾ ਅਤੇ ਪ੍ਰਭੂ ਨੇ ਉਸਨੂੰ ਅਤੇ ਉਸਦੇ ਘਰ ਦੇ ਲੋਕਾਂ ਨੂੰ ਅਸੀਸ ਦਿੱਤੀ। ਤਦ ਰਾਜਾ ਦਾਊਦ ਨੂੰ ਦੱਸਿਆ ਗਿਆ ਕਿ ਪਵਿੱਤਰ ਸੰਦੂਕ ਦੇ ਕਾਰਨ ਪ੍ਰਭੂ ਨੇ ਉਬੇਦ ਅਦੋਮ ਦੇ ਘਰ ਦੀ ਹਰ ਚੀਜ਼ ਨੂੰ ਅਸੀਸ ਦਿੱਤੀ ਹੈ। ਤਾਂ ਉਹ ਖੁਸ਼ੀ ਨਾਲ ਗਿਆ ਅਤੇ ਪਰਮੇਸ਼ਵਰ ਦੇ ਪਵਿੱਤਰ ਸੰਦੂਕ ਨੂੰ ਆਪਣੇ ਸ਼ਹਿਰ ਯਰੂਸ਼ਲਮ ਵਿੱਚ ਲੈ ਆਇਆ। ਪਵਿੱਤਰ ਸੰਦੂਕ ਦੇ ਚੁੱਕਣ ਵਾਲੇ ਆਦਮੀ ਜਦੋਂ 6 ਕਦਮ ਅੱਗੇ ਚੱਲੇ ਤਾਂ ਦਾਊਦ ਨੇ ਇੱਕ ਬਲਦ ਅਤੇ ਫਲਿਆ ਵੱਛਾ ਬਲੀ ਕੀਤਾ। ਦਾਊਦ ਕੇਵਲ ਮਲਮਲ ਦੀ ਇੱਕ ਚਾਦਰ ਆਪਣੇ ਉੱਤੇ ਲੈ ਕੇ ਪ੍ਰਭੂ ਦੀ ਮਹਿਮਾ ਕਰਦਾ ਹੋਇਆ ਆਪਣੇ ਪ੍ਰਭੂ ਦੇ ਸਾਹਮਣੇ ਜ਼ੋਰ ਨਾਲ ਉਸ ਦਿਨ ਨੱਚਿਆ। ਇਸ ਤਰ੍ਹਾਂ ਪੂਰੀ ਧੂਮ-ਧਾਮ ਨਾਲ ਦਾਊਦ ਅਤੇ ਇਜ਼ਰਾਈਲ ਦੇ ਸਭ ਲੋਕ ਪਵਿੱਤਰ ਸੰਦੂਕ ਨੂੰ ਯਰੂਸ਼ਲਮ ਵਿੱਚ ਲੈ ਗਏ। ਸੋ ਅਸੀਂ ਇੱਥੇ ਪ੍ਰਭੂ ਦੀ ਇੱਕ ਮਹਾਨ ਬਰਕਤ ਦੇਖਦੇ ਪਏ ਹਾਂ ਕਿ ਰਾਜਾ ਸਾਰੇ ਇਜ਼ਰਾਈਲ ਦਾ ਹੁਣ ਰਾਜਾ ਬਣ ਚੁੱਕਾ, ਔਰ ਜਿਹੜੀ ਰਾਜਧਾਨੀ ਆ ਉਸਨੇ ਜਿੱਤੀ ਆ। ਇਹ ਰਾਜਧਾਨੀ ਜਿਹੜੀ ਹੈਗੀ ਆ ਇਹ ਇਜ਼ਰਾਈਲੀਆਂ ਦਾ ਹਿੱਸਾ ਨਹੀਂ ਸੀ, ਲੇਕਿਨ ਉਹ ਕਿਸੇ ਵੀ ਇੱਕ ਜਿਹੜੀ ਪ੍ਰਭੂ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਸੀ ਉਹਦੇ ਵਿੱਚ ਕਿਸੇ ਦੇ ਵਿੱਚ ਵੀ ਉਹ ਆਪਣੀ ਰਾਜਧਾਨੀ ਨਹੀਂ ਬਣਾਉਣੀ ਮੰਗਦਾ ਸੀ। ਉਹ ਆਪਣੀ ਰਾਜਧਾਨੀ ਇੱਕ ਐਸੀ ਜਗ੍ਹਾ ਤੇ ਬਣਾਉਣੀ ਮੰਗਦਾ ਸੀ ਜਿਹੜੀ ਪ੍ਰਭੂ ਉਸਨੂੰ ਬਿਲਕੁਲ ਨਵੀਂ ਦੇ। ਸੋ ਉਸਨੇ ਯਬੂਸੀਆਂ ਦੇ ਉੱਤੇ ਹਮਲਾ ਕੀਤਾ ਔਰ ਜਿਹੜਾ ਉਹਨਾਂ ਦਾ ਜਿਹੜਾ ਕਿਲਾ ਸੀਗਾ ਉਹ ਜਰੂਸਲਮ ਜਿਹੜਾ ਇਲਾਕਾ ਸੀਗਾ ਉਹ ਜਿੱਤਿਆ ਔਰ ਉਸਨੂੰ ਜਿੱਤ ਕੇ ਉਸਨੂੰ ਰਾਜਧਾਨੀ ਬਣਾਇਆ। ਉਹ 12 ਕਬੀਲਿਆਂ ਦੇ ਵਿੱਚੋਂ ਕਿਸੇ ਦਾ ਹਿੱਸਾ ਨਹੀਂ ਸੀ। ਸੋ ਇੱਕ ਕਾਮਨ ਜਗ੍ਹਾ ਦੇ ਵਿੱਚ ਜਿੱਥੋਂ ਉਸਨੇ ਆਪਣਾ ਰਾਜ ਸ਼ੁਰੂ ਕੀਤਾ, ਜਰੂਸਲਮ ਸ਼ੁਰੂ ਕੀਤਾ, ਕੋਈ ਵੀ ਕਬੀਲਾ ਨਹੀਂ ਕਹਿ ਸਕਦਾ ਸੀ ਕਿ ਸਾਡੇ ਕਬੀਲੇ ਦੇ ਵਿੱਚ ਉਸਦੀ ਰਾਜਧਾਨੀ ਹੈ, ਸੋ ਅਸੀਂ ਬੈਟਰ ਹਾਂ, ਬਾਕੀਆਂ ਦੇ ਨਾਲੋਂ ਬੈਟਰ। ਪ੍ਰਭੂ ਨੇ ਉਸਨੂੰ ਇਹ ਬੁੱਧ ਦਿੱਤੀ ਔਰ ਉੱਥੇ ਉਸਨੇ ਪ੍ਰਭੂ ਦਾ ਜਿਹੜਾ ਸੰਦੂਕ ਜਿਹੜਾ ਪਹਿਲਾਂ ਲਿਆਉਣਾ ਚਾਹਿਆ, ਪਵਿੱਤਰ ਸੰਦੂਕ ਜਿਹੜਾ ਸੀ ਪਹਿਲਾਂ ਲਿਆਉਣਾ ਚਾਹਿਆ, ਲੇਕਿਨ ਰਸਤੇ ਦੇ ਵਿੱਚ ਇੱਕ ਮਨੁੱਖ ਦੀ ਮੌਤ ਹੋ ਗਈ
ਔਰ ਉਸਨੇ ਸੋਚਿਆ ਕਿ ਸ਼ਾਇਦ ਪ੍ਰਭੂ ਇਹ ਮੰਗਦਾ ਨਹੀਂ ਕਿ ਮੈਂ ਇਸਨੂੰ ਆਪਣੇ ਘਰ ਲੈ ਕੇ ਜਾਵਾਂ। ਪਰ ਜਦੋਂ ਉਸਨੇ ਦੇਖਿਆ ਕਿ ਪ੍ਰਭੂ ਨੇ ਜਿਹਦੇ ਘਰ ਦੇ ਵਿੱਚ ਰੱਖਿਆ ਗਿਆ ਉਹਨੂੰ ਬਹੁਤ ਬਰਕਤ ਦਿੱਤੀ ਹੈ, ਸੋ ਉਸਨੇ ਕਿਹਾ ਕਿ ਨਹੀਂ, ਕੋਈ ਹੋਰ ਕਾਰਨ। ਸੋ ਉਸਨੇ ਪ੍ਰਭੂ ਦਾ ਸੰਦੂਕ ਜਰੂਸਲਮ ਦੇ ਵਿੱਚ ਲਿਆਉਂਦਾ ਔਰ ਨੱਚਦਾ ਗਾਉਂਦਾ ਪਿਆ ਆਪਣੇ ਲੋਕਾਂ ਦੇ ਵਿੱਚ। ਕਿੰਨਾ ਇਨੋਸੈਂਟ ਪ੍ਰਭੂ ਨੇ ਉਹਨਾਂ ਨੂੰ ਰਾਜਾ ਦਿੱਤਾ, ਜਿਹੜਾ ਜਿਸ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ, ਜੋ ਕਿਸੇ ਦੇ ਨਾਲ ਬਦਲੇ ਦੀ ਭਾਵਨਾ ਨਹੀਂ ਰੱਖਦਾ ਪਿਆ, ਜਿਹਨੂੰ ਹਾਲੇ ਵੀ ਉਸਨੇ ਆਪਣੇ ਹੱਥ ਦੇ ਨਾਲ ਇੱਕ ਵੀ ਇਨਸਾਨ ਜਿਹੜਾ ਉਸਦੇ ਸਾਊਲ ਦੇ ਕਬੀਲੇ ਦੇ ਵਿੱਚ ਸੀ ਜਾਂ ਸਾਊਲ ਦੇ ਘਰਾਣੇ ਦੇ ਵਿੱਚ ਸੀ, ਕਿਸੇ ਦੇ ਉੱਤੇ ਹੱਥ ਨਹੀਂ ਚੁੱਕਿਆ, ਕਿਸੇ ਨੂੰ ਮਰਵਾਇਆ, ਬਲਕਿ ਉਹਨਾਂ ਦੀ ਮੌਤ ਦੇ ਉੱਤੇ ਉਸਨੇ ਦੁੱਖ ਮਨਾਉਂਦਾ, ਹਰ ਇੱਕ ਦੀ ਮੌਤ ਦੇ ਉੱਤੇ ਦੁੱਖ ਮਨਾਉਂਦਾ। ਦਾਊਦ ਉਹਨਾਂ ਦੇ ਨਾਲ ਪੜਿਆ ਸੀ, ਦਾਊਦ ਉਹਨਾਂ ਦੇ ਨਾਲ ਵੱਡਾ ਹੋਇਆ ਸੀ, ਦਾਊਦ ਦਾ ਰਿਸ਼ਤਾ ਸੀ ਉਹਨਾਂ ਦੇ ਖਾਨਦਾਨ ਦੇ ਨਾਲ, ਉਹ ਸਭ ਭੈਣ ਭਰਾਵਾਂ ਵਾਂਗੂ ਰਹਿੰਦੇ ਸੀ। ਇੱਕ ਸਾਊਲ ਦੇ ਮਨ ਦੇ ਵਿੱਚ ਇਹ ਇੱਕ ਕੜਵਾਹਟ ਆਈ ਹੋਈ ਸੀਗੀ, ਲੇਕਿਨ ਉਹ ਭੈਣ ਭਰਾਵਾਂ ਵਾਂਗੂ ਰਹਿੰਦੇ ਸੀ। ਦਾਊਦ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਈ ਲੜਾਈਆਂ ਲੜੀਆਂ, ਪ੍ਰਭੂ ਨੇ ਬਹੁਤ ਜਿੱਤਾਂ ਉਹਨਾਂ ਨੂੰ ਦਿੱਤੀਆਂ। ਸੋ ਦਾਊਦ ਉਹਨਾਂ ਨੂੰ ਮਾਰਨਾ ਨਹੀਂ ਸੀ ਚਾਹੁੰਦਾ ਕਿਸੇ ਨੂੰ, ਉਹਦੇ ਮਨ ਦੇ ਵਿੱਚ ਕੋਈ ਨਹੀਂ ਸੀ। ਉਸ ਇਜ਼ਰਾਈਲ ਦਾ ਉਸਨੂੰ ਚਰਵਾਹਾ ਬਣਾਇਆ ਗਿਆ, ਇਜ਼ਰਾਈਲ ਦਾ ਇੱਕ ਚਰਵਾਹਾ ਅਸੀਂ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਕਿਸ ਤਰ੍ਹਾਂ ਉਸਨੂੰ ਬਣਾਇਆ। ਆਓ ਅਸੀਂ ਇਸ ਚੈਪਟਰ ਨੂੰ ਹੁਣ ਖਤਮ ਕਰੀਏ। 16 ਤੋਂ ਲੈ ਕੇ 23 ਤੱਕ ਕੋਈ ਜਾਣਾ ਪੜਦਾ। ਜਦੋਂ ਪਵਿੱਤਰ ਸੰਦੂਕ ਜਰੂਸਲਮ ਵਿੱਚ ਪਹੁੰਚਿਆ ਤਾਂ ਸਾਊਲ ਦੀ ਧੀ ਮੀਕਲ ਨੇ ਰਾਜਾ ਦਾਊਦ ਨੂੰ ਨੱਚਦੇ ਅਤੇ ਭੁੜਕਦੇ ਦੇਖਿਆ ਤਾਂ ਉਸਨੇ ਰਾਜਾ ਨੂੰ ਤੁੱਛ ਜਾਣਿਆ। ਸੋ ਉਹਨਾਂ ਨੇ ਪਵਿੱਤਰ ਸੰਦੂਕ ਲਿਆ ਤੇ ਉਸ ਦੀ ਥਾਂ ਤੇ ਤੰਬੂ ਦੇ ਅੰਦਰ ਰੱਖ ਦਿੱਤਾ, ਜੋ ਦਾਊਦ ਨੇ ਇਸੇ ਲਈ ਖੜਾ ਕੀਤਾ ਸੀ। ਦਾਊਦ ਨੇ ਉਸੇ ਵੇਲੇ ਉੱਥੇ ਪ੍ਰਭੂ ਦੇ ਸਾਹਮਣੇ ਹੋਮ ਅਤੇ ਮੇਲ ਬਲੀਆਂ ਚੜਾਈਆਂ। ਉਸਨੇ ਬਲੀਆਂ ਹੋ ਚੁੱਕਣ ਦੇ ਪਿੱਛੋਂ ਲੋਕਾਂ ਨੂੰ ਮਹਾਨ ਪ੍ਰਭੂ ਦੇ ਨਾਂ ਉੱਤੇ ਅਸੀਸ ਦਿੱਤੀ ਅਤੇ ਸਭ ਇਸਰਾਏਲੀ ਲੋਕਾਂ ਅਰਥਾਤ ਹਰ ਆਦਮੀ ਔਰਤ ਨੂੰ ਇੱਕ ਇੱਕ ਰੋਟੀ, ਇੱਕ ਭੁੰਨੇ ਮਾਸ ਦਾ ਟੁਕੜਾ ਤੇ ਇੱਕ ਦਾਖ ਦਾ ਗੁੱਛਾ ਦਿੱਤਾ। ਇਸ ਦੇ ਪਿੱਛੋਂ ਲੋਕ ਆਪਣੇ ਘਰਾਂ ਨੂੰ ਚਲੇ ਗਏ। ਜਦੋਂ ਦਾਊਦ ਆਪਣੇ ਘਰ ਗਿਆ ਤਾਂ ਸਾਊਲ ਦੀ ਧੀ ਮੀਕਲ ਉਸਨੂੰ ਮਿਲਣ ਆਈ ਅਤੇ ਬੋਲੀ, ਇਸਰਾਏਲ ਦੇ ਰਾਜਾ ਨੇ ਅੱਜ ਆਪਣੇ ਲਈ ਖੂਬ ਨਾਂ ਕਮਾਇਆ ਹੈ। ਉਹ ਅੱਜ ਮੂਰਖਾਂ ਦੀ ਤਰ੍ਹਾਂ ਆਪਣੇ ਨੌਕਰਾਂ ਦੀਆਂ ਲੜਕੀਆਂ ਸਾਹਮਣੇ ਨੰਗਾ ਹੋ ਕੇ ਬੇਸ਼ਰਮਾਂ ਦੀ ਤਰ੍ਹਾਂ ਨੱਚ ਰਿਹਾ ਸੀ। ਦਾਊਦ ਨੇ ਮੀਕਲ ਨੂੰ ਉੱਤਰ ਦਿੱਤਾ, ਮੈਂ ਪ੍ਰਭੂ ਦੇ ਸਾਹਮਣੇ ਉਸ ਦੀ ਮਹਿਮਾ ਕਰਦਾ ਹੋਇਆ ਨੱਚ ਰਿਹਾ ਸਾਂ, ਜਿਸ ਨੇ ਤੇਰੇ ਪਿਤਾ ਤੇ ਟੱਬਰ ਦੀ ਥਾਂ ਮੈਨੂੰ ਚੁਣਿਆ ਅਤੇ ਆਪਣੇ ਲੋਕਾਂ ਇਸਰਾਏਲ ਦਾ ਰਾਜਾ ਬਣਾਇਆ। ਮੈਂ ਤਾਂ ਪ੍ਰਭੂ ਦੀ ਮਹਿਮਾ ਲਈ ਹੋਰ ਨੱਚਾਂਗਾ। ਬੇਸ਼ੱਕ ਇਸ ਤਰ੍ਹਾਂ ਕਰਨ ਨਾਲ ਮੈਂ ਤੇਰੀਆਂ ਨਜ਼ਰਾਂ ਵਿੱਚ ਕੁਝ ਨਾ ਠਹਿਰਾਂ, ਪਰ ਜਿਨ੍ਹਾਂ ਲੜਕੀਆਂ ਦੀ ਤੂੰ ਗੱਲ ਕਰਦੀ ਹੈ ਉਹ ਮੇਰਾ ਜ਼ਰੂਰ ਮਾਣ ਕਰਨਗੀਆਂ। ਸਾਊਲ ਦੀ ਧੀ ਮੀਕਲ ਦੇ ਘਰ ਕਦੀ ਵੀ ਸੰਤਾਨ ਨਾ ਹੋਈ, ਉਹ ਹਮੇਸ਼ਾ ਬਾਂਝ ਹੀ ਰਹੀ। ਆਮੀਨ। ਪ੍ਰਭੂ ਨੇ ਉਸਨੂੰ ਉਸਦੇ ਕੀਤੇ ਦੀ ਸਜ਼ਾ ਦੇ ਦਿੱਤੀ, ਕਿਉਂਕਿ ਪ੍ਰਭੂ ਉਹ ਰਾਜਾ ਨਹੀਂ ਸੀ ਮੰਗਦਾ ਜਿਹੜਾ ਦੂਸਰਿਆਂ ਦੇ ਉੱਤੇ ਦੂਸਰਿਆਂ ਨੂੰ ਦੁੱਖ ਦੇ ਕੇ ਰਾਜ ਕਰੇ। ਪ੍ਰਭੂ ਉਹ ਰਾਜਾ ਮੰਗਦਾ ਸੀ ਜਿਸ ਦੇ ਨਾਲ ਲੋਕਾਂ ਨੂੰ ਸੁੱਖ ਮਿਲੇ, ਲੋਕਾਂ ਦੇ ਵਿੱਚ ਇੱਕ ਇਹ ਲੋਕ ਕਹਿ ਸਕਣ ਕਿ ਸਾਨੂੰ ਪ੍ਰਭੂ ਨੇ ਰਾਜਾ ਦਿੱਤਾ। ਔਰ ਇਹ ਮਹਾਨ ਜਿਹੜੀ ਬਰਕਤ ਹੈ ਪ੍ਰਭੂ ਨੇ ਦਿੱਤੀ। ਇਹਨਾਂ ਹਿੱਸਿਆਂ ਨੂੰ ਅਸੀਂ ਇਸ ਕਰਕੇ ਦੇਖਦੇ ਪਏ ਹਾਂ ਕਿ ਅਸੀਂ ਬੇਸਿਕਲੀ ਜਿਸਲੇ ਮੈਸੇਜਸ ਦੇਖਦੇ ਹਾਂ ਤਾਂ ਦਾਊਦ ਨੂੰ ਪ੍ਰਭੂ ਨੇ ਕਿਸ ਤਰ੍ਹਾਂ ਚੁਣਿਆ, ਉਸਨੇ ਗੋਲਾਇਥ ਨੂੰ ਕਿੱਦਾਂ ਮਾਰਿਆ, ਫਿਰ ਉਸ ਤੋਂ ਬਾਅਦ ਦਾਊਦ ਜਿਹੜਾ ਸੀਗਾ ਉਹ ਸਾਊਲ ਦਾ ਇੱਕ ਮੈਸੇਜ ਦੇਖੀਦਾ ਸੀ, ਉਹਦੀ ਮੌਤ ਦਾ, ਦਾਊਦ ਕਿੱਦਾਂ ਰਾਜਾ ਬਣਿਆ। ਫਿਰ ਉਸ ਤੋਂ ਅੱਗੇ ਅਸੀਂ ਚੱਲ ਜਾਈਦਾ ਸੀਗਾ ਕਿ ਦਾਊਦ ਕਿੱਦਾਂ ਪਾਪ ਦੇ ਵਿੱਚ ਡਿੱਗਿਆ, ਫਿਰ ਉਸ ਤੋਂ ਬਾਅਦ ਦਾਊਦ ਨੂੰ ਕਿਸ ਤਰ੍ਹਾਂ ਸਜ਼ਾ ਮਿਲੀ, ਪਰ ਪ੍ਰਭੂ ਨੇ ਫਿਰ ਵੀ ਉਸ ਨੂੰ ਬਰਕਤ ਦਿੱਤੀ। ਅਸੀਂ ਏਦਾਂ ਉਹ ਤਾਂ 7 ਜਾਂ 8 ਮੈਸੇਜਸ ਇਹ ਅਸੀਂ ਤਾਂ ਪੜ੍ਹਦੇ ਪਏ ਹਾਂ ਕਿ ਅਸੀਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਪ੍ਰਭੂ ਨੇ ਦਾਊਦ ਨੂੰ ਕੀਤਾ, ਅਸੀਂ ਦਾਊਦ ਨੂੰ ਨਹੀਂ ਦੇਖਦੇ ਪਏ ਬਲਕਿ ਪ੍ਰਭੂ ਨੂੰ ਦੇਖਦੇ ਪਏ ਹਾਂ ਕਿ ਉਹ ਆਪਣੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਖੜਾ ਹੁੰਦਾ, ਉਹ ਕਿਸ ਤਰ੍ਹਾਂ ਇੱਕ ਪ੍ਰੋਮਿਸ ਕੀਪਰ ਆ, ਕਿਸ ਤਰ੍ਹਾਂ ਉਹ ਵਾਅਦੇ ਕਰਦਾ। ਜੋ ਪ੍ਰਭੂ ਨੇ ਸਾਡੇ ਨਾਲ ਵਾਅਦੇ ਕੀਤੇ ਉਹ ਉਹਨਾਂ ਨੂੰ ਵੀ ਉਸੇ ਤਰ੍ਹਾਂ ਰੱਖੇਗਾ ਜਿਸ ਤਰ੍ਹਾਂ ਉਸਨੇ ਦਾਊਦ ਦੇ ਨਾਲ ਕੀਤਾ ਇਹ ਵਾਅਦਾ ਪੂਰਾ ਕੀਤਾ। ਦੁਸ਼ਟ ਆਪਣੀ ਦੁਸ਼ਟਤਾ ਦੇ ਨਾਲ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਜਿੰਨੇ ਮਰਜ਼ੀ ਤਰੀਕੇ ਵਰਤ ਲੈਣ, ਜਿੱਤ ਨਹੀਂ ਹੁੰਦੇ। ਸਾਊਲ ਨੇ ਕਿਹੜੀ ਚੀਜ਼ ਨਹੀਂ ਛੱਡੀ, ਉਸਨੇ ਕਿਹੜੀ ਕੋਸ਼ਿਸ਼ ਨਹੀਂ ਕੀਤੀ, ਕੁਛ ਨਹੀਂ ਬਚਾ ਸਕਿਆ।
कुछ नहीं बचा सकिया, क्योंकि जब तक प्रभु बचा दे लिए खड़ा नहीं हुंदा उन्नी देर तक कुछ नहीं बचता। और दूसरे पासे बेशक दाऊद नूं दौड़ना पिया, उसने फिर भी साउल हथ भी आ गया तां भी उसने हाथ नहीं चुकिया। और प्रभु ने देखो किस तरह उसनूं बरकत दित्ती। अपने लोकां दे उत्ते जे जंग कीती तां ओह अबनेर दी अपनी गलती सी, उन्हें जंग छेड़ी आ। पर दाऊद ने चाह के अपने लोकां ते एक दिन भी तलवार नहीं चलाई, एक दिन भी तलवार नहीं चलाई। ਇਹ ਅਸੀਂ ਉਸ ਦਾਊਦ ਨੂੰ ਦੇਖਦੇ ਪਏ ਹਾਂ ਜਿਸ ਨੂੰ ਪ੍ਰਭੂ ਪਰਮੇਸ਼ਰ ਨੇ ਰਾਜਾ ਬਣਾ ਦਿੱਤਾ, ਜਿਹਦੀਆਂ ਜੰਗਾਂ ਪ੍ਰਭੂ ਪਰਮੇਸ਼ਰ ਨੇ ਲੜੀਆਂ ਔਰ ਉਸਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ। ਔਰ ਇਹੋ ਹੀ ਪ੍ਰਭੂ ਜੋ ਉਸਨੇ ਸਾਡੇ ਨਾਲ ਕੀਤਾ, ਅਸੀਂ ਕੀ ਸੀਗੇ? ਅਗਰ ਸੱਚਮੁੱਚ ਕੋਈ ਕਹਿੰਦਾ ਕਿ ਆਪਣੇ ਸਾਨੂੰ ਪਤਾ ਸੀਗਾ ਕਿ ਸਾਡੀ ਮੁਕਤੀ ਨਹੀਂ ਹੋਣੀ, ਅਸੀਂ ਇਸ ਚੀਜ਼ ਦੇ ਵਿੱਚ ਬੜੇ ਖੁਸ਼ ਸੀਗੇ ਕਿ 33 ਕਰੋੜ ਜਿਹਨਾਂ ਹੋਰ ਜ਼ਿੰਦਗੀਆਂ ਹੈਗੀਆਂ, ਜੂਨਾਂ ਹੈਗੀਆਂ, ਔਰ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਹੀ ਫਸੇ ਹੋਏ ਸੀ। ਔਰ ਦੇਖੋ ਪ੍ਰਭੂ ਨੇ ਸਾਨੂੰ ਕਿਸ ਤਰ੍ਹਾਂ ਉੱਥੋਂ ਕੱਢਿਆ, ਕਿਸ ਤਰ੍ਹਾਂ ਉਹਨੇ ਸਾਡੇ ਤੇ ਰਹਿਮ ਕੀਤੇ, ਜਿਸ ਤਰ੍ਹਾਂ ਉਸਨੇ ਦਾਊਦ ਤੇ ਰਹਿਮ ਕੀਤੇ। ਜਿੱਦਾਂ ਦਾਊਦ ਨੂੰ ਉਹ ਮੁਸ਼ਕਲਾਂ ਦੇ ਵਿੱਚੋਂ ਦੀ ਕੱਢਿਆ ਉਸਨੇ, ਉਹ ਸਾਨੂੰ ਵੀ ਕੱਢਦਾ ਪਿਆ। ਔਰ ਸਾਨੂੰ ਵੀ ਦਾਊਦ ਦੇ ਵਾਂਗ ਆਪਣੇ ਆਪ ਨੂੰ ਰੱਖਣਾ ਚਾਹੀਦਾ, ਇਨੋਸੈਂਟ। ਗੁੱਸੇ ਆਉਂਦੇ ਯਸ ਆਉਂਦੇ ਆ, ਬੋਲ ਹੋ ਜਾਂਦਾ ਜਾਂ ਬੋਲ ਹੋ ਜਾਂਦਾ, ਲੇਕਿਨ ਫਿਰ ਵੀ ਪ੍ਰਭੂ ਦੀ ਸ਼ਰਨ ਦੇ ਵਿੱਚ ਰਹਿਣਾ ਚਾਹੀਦਾ, ਕਿਉਂਕਿ ਜੋ ਉਹਦੀ ਸ਼ਰਨ ਦੇ ਵਿੱਚ ਰਹਿੰਦਾ ਉਹ ਪ੍ਰਭੂ ਉਸ ਨੂੰ ਬਹੁਤ ਮਾਲਾ ਮਾਲ ਕਰਦਾ। ਸੋ ਆਓ ਦੁਆ ਕਰੀਏ। ਕੱਲ ਨੂੰ ਅਸੀਂ ਇੱਕ ਨਵੇਂ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕਰਾਂਗੇ। ਦਾਊਦ ਦੇ ਹੁਣ ਅਸੀਂ ਬਹੁਤ ਸਾਰਾ ਨਹੀਂ ਪੜਾਂਗੇ, ਹੁਣ ਅੱਗੇ ਜਾ ਕੇ ਹੋਰ ਥੋੜਾ ਜਿਹਾ ਅੱਗੇ ਜਾ ਕੇ ਪੜਾਂਗੇ। ਹੁਣ ਅਸੀਂ ਥੋੜੇ ਹਿੱਸੇ ਪੜਾਂਗੇ ਜਿਸ ਦੇ ਨਾਲ ਅਸੀਂ ਇਸ ਦਾਊਦ ਦੀ ਇਸ ਗਬਲੀ ਜ਼ਿੰਦਗੀ ਦੇ ਵਿੱਚੋਂ ਦੀ ਕੱਲ ਨੂੰ ਆਫ ਆ ਜੀ ਤੁਹਾਡਾ? ਕੱਲ ਨੂੰ ਤਾਂ ਆਫਾ ਪਰਸੋਂ ਟਿਊਜ਼ਡੇ। ਥੈਂਕ ਯੂ। ਲੈਟ ਅਸ ਪ੍ਰੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੂੰ ਮਹਾਨ ਪ੍ਰਭੂ ਆ जो प्रभु जी थल्यों चुक के थां बिठाना, और तू जो बरकत तू देना प्रभु जी, वो बरकत खुदाबंद इंसान नहीं दे सकता, क्योंकि प्यारे प्रभु तू सदा जिउंदा बाप आ, और प्रभु जी साडा सदा उथे बैठा एक दरम्यानी आ। प्रभु जी उस इंसान किस तरह का होएगा जिस दे लई उसका प्रभु आप दुआ कर रहा, सज्जे हाथ बैठ के जो आप दुआ कर रहा। बहुत भारी प्रभु जी तू सानू बरकत दित्ती है, सानू इसे तरह ही अपने विच बधाउंदा रह, अपने विच बनाउंदा रह, और प्रभु जी अपने वचन दे विच तू साडा ध्यान रख, क्योंकि ये साडी खुराक। प्यारे प्रभु मैं अपने आप नूं और अपने भैन भरावां नूं अपने मन तन और प्रभु जी अपनी आत्मा दी जरूरतां दे लई प्रभु जी असीं तेरे हत्थां दे विच दिन्ने आ। प्यारे प्रभु तंदुरुस्ती दा दान दे, अपनी हजूरी दे नाल माला माल कर, तन और मन दोनों नूं प्रभु जी तंदुरुस्त कर। खास दुआ प्रभु जी अपने उन्हां बच्चियां दे लई करदे आ जिन्हां नूं असीं लगातार तेरी हजूरी दे विच लैके आ रहे हैं। राजन नूं प्रभु जी उसते उत्ते रहम कर, दया कर प्रभु जी, उन्हां दे घर दे उत्ते अपनी किरपा लैके आ, अपना चेहरा चमका, ताकि खुदावंद उस घर दे विच भी असीं एक बच्चे दी दात देख सकीए। और इसे तरह प्रभु जी असीं मानव नूं याद करते हैं, अमृत नूं याद करते हैं। खुदाबंद दोनों दे रस्तियां दे उत्ते तू ध्यान दे, और प्रभु जी तेरी किरपा ही उन्हां नूं मोड़ सकती है, तेरी दया मोड़ सकती है। सो प्रभु जी उन्हां नूं वापस लैके आ,
ਬਾਕੀ ਬੱਚਿਆਂ ਨੂੰ ਵੀ ਪ੍ਰਭੂ ਜੀ ਤੇਰੇ ਹੱਥਾਂ ਦੇ ਵਿੱਚ ਦਿੰਦੇ ਹਾਂ। ਸਭ ਦੇ ਨਾਲ ਤੂੰ ਬਣਿਆ ਰਹਿ। ਜੋ ਬੱਚੇ ਯੋਗ ਹੋ ਚੁੱਕੇ ਪ੍ਰਭੂ ਜੀ, ਉਹਨਾਂ ਨੂੰ ਤੂੰ ਜੀਵਨ ਸਾਥੀ ਬਖਸ਼। ਪਿਆਰੇ ਪ੍ਰਭੂ, ਤੂੰ ਸਾਡੇ ਅੱਗੇ ਸਾਡੇ ਪਿੱਛੇ ਸੱਜੇ ਔਰ ਖੱਬੇ ਤੇਰੀ ਦਇਆ, ਤੇਰੀ ਕਿਰਪਾ, ਤੇਰਾ ਆਰਾਮ, ਤੇਰਾ ਪਿਆਰ, ਪੈਰਾਂ 'ਚ ਤੇਰਾ ਛੋਟਾ ਰਸਤਾ, स्वर्ग तो तेरी निगाहबानी और अंदर तेरा पवित्र आत्मा और बेटे का साथ साडे नाल बनिया रहे। तेरी राखी दे विच प्रभु जी असीं हुण अपने आप नूं दिन्ने आ, तेरी किरपा दे विच असीं अपने आप नूं दिन्ने आ। प्रभु जी साडे सब दे नाल तू बनिया रहे। जदों तक दोबारा मिलीए प्रभु जी, तेरी हजूरी सानूं घेरा पा के रखे। मसीह यीशु दे मिठे और प्यारे नाम दे विच असीं मंगदे आ सारे भैण भरा। ब्लेस यू। खुदावंद तुहानूं बहुत बरकत दे, तुहाडे सब दे नाल बनिया रहे। और असीं हुण ट्यूसडे नूं मिलांगे और दाऊद दा राज देखांगे। प्रभु ने उसनूं किन्नी बरकत दित्ती उस दे राज दे विच और लोकां नूं किन्नी बरकत दित्ती। ब्लेस यू।